ਕਿ ਜੇ ਸਿੱਖਾਂ ਨੇ 1947 ਦੇ ਵਿੱਚ ਭਾਰਤ ਦੇ ਨਾਲ ਰਹਿਣ ਦਾ ਫੈਸਲਾ ਲੈ ਲਿਆ ਸੀ ਤਾਂ ਬਾਅਦ ਵਿੱਚ ਫਿਰ ਬਗਾਵਤ ਕਿਉਂ? ਉਹ ਇਹੀ ਆ ਕਿ ਜਦ 1947 ਤੋਂ ਲੱਗ ਕੇ 1950 ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿਤਾ। ਫਿਰ ਉਹ ਪੰਜਾਬੀ ਸੂਬਿਆਂ ਦੇ ਸਾਰੇ ਸੂਬੇ ਬਣਾਤੇ, ਪੰਜਾਬੀ ਸੂਬਾ ਨਹੀਂ ਬਣਾਇਆ। ਫਿਰ ਜੇ ਉਹ ਬਣਾਇਆ ਵੀ ਤਾਂ ਜਵਾਹਰ ਲਾਲ ਨਹਿਰੂ ਨੇ ਨਹੀਂ ਬਣਾਇਆ। ਉਹ ਕਹਿੰਦਾ ਸੀ ਵੀ ਜਿੰਨਾ ਚਿਰ ਮੈਂ ਹੈਗਾ ਇਹ ਜਿਹੜਾ ਫਤੂਰ ਆ ਇਹਨਾਂ ਦੇ ਦਿਮਾਗ 'ਚ ਹੀ ਰਹਿਣਾ। ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਥੋੜ੍ਹਾ ਜਿਹਾ ਦੇਖਣ ਵਾਲੀ ਗੱਲ ਆ ਕਿ ਸਾਡੇ ਨਾਲ ਵਿਤਕਰੇ ਕਿੰਨੇ ਹੋਏ। ਹੁਣ ਜਿਸ ਵੇਲੇ ਕੋਈ ਵੀ ਬੱਚਾ ਆ, ਕੋਈ ਵੀ ਇਨਸਾਨ ਆ, ਉਹਨੂੰ ਜੇ ਉਹਦਾ ਹੱਕ ਨਹੀਂ ਮਿਲਦਾ ਤਾਂ ਫਿਰ ਉਹ ਆਪਣੇ ਹੀਲੇ ਵਸੀਲੇ ਬਣਾਉਂਦਾ ਹੀ ਆ। ਫਿਰ ਜਿਸ ਵੇਲੇ ਇੱਥੇ ਰਾਊਂਡ ਟੇਬਲ ਕਾਨਫਰੰਸ ਹੋਈ ਆ, ਬਲਦੇਵ ਸਿੰਘ ਆਇਆ ਤੇ ਨਾਲ ਬਾਕੀ ਦੇ ਜਵਾਹਰ ਲਾਲ ਨਹਿਰੂ ਤੇ ਹੋਰ ਜਨਾਬ ਹੀ ਰਾਈਟ, ਉਦੋਂ ਵੀ ਇੱਕ ਗੋਰੇ ਇਹ ਕਹਿੰਦੇ ਸੀ ਵੀ ਅਸੀਂ ਕਿੱਦਾਂ ਹੁਣ ਕਹੀਏ, ਅਸੀਂ ਕੀ ਕਰੀਏ, ਅਸੀਂ ਦਾੜੀ ਕੇਸ ਰੱਖ ਲਈਏ, ਅਸੀਂ ਕਿੱਦਾਂ ਕਹਿ ਸਕਦੇ ਹਾਂ। ਜਦ ਬਲਦੇਵ ਸਿੰਘ ਨੂੰ ਇਹਨਾਂ ਨੇ ਇੱਕ ਕਿਸਮ ਦਾ ਖਰੀਦ ਲਿਆ ਕਹਿ ਲਓ, ਜਾਂ ਉਹ ਤੋਂ ਨਲਾਇਕੀ ਹੋ ਗਈ ਜਾਂ ਕੀ ਆ, ਇਹ ਤਾਂ ਹੁਣ ਉਹੀ ਜਾਣਦਾ ਆ। ਪਰ ਜੋ ਦੇਖਣ ਨੂੰ ਆਉਂਦਾ ਆ ਉਹ ਇਹ ਆ ਵੀ ਉਹਨੂੰ ਕੋਈ ਨਾ ਕੋਈ ਲਾਲਚ ਜਾਂ ਕੋਈ ਨਾ ਕੋਈ ਸੀ। ਰੇਡੀਓ ਸਟੇਸ਼ਨ ਲਾਉਣ ਲਈ ਹਰਿਮੰਦਰ ਸਾਹਿਬ ਦੇ ਵਿੱਚ ਅੱਧੇ ਘੰਟੇ ਲਈ ਕਿੰਨੀ ਜਦੋਜਹਿਦ ਕੀਤੀ, ਪਰ ਉਹ ਵੀ ਨਹੀਂ ਸੀ ਦੇ ਰਹੇ। ਹਿੰਦੀ ਲਿਖਾਈ ਗਈ, ਪੰਜਾਬੀ ਨਹੀਂ ਲਿਖਾਈ ਗਈ। ਸੋ ਇਸ ਕਰਕੇ ਹਰੇਕ ਗੱਲ ਤੇ ਸਾਡੇ ਨਾਲ ਧੋਖਾ ਹੋ ਰਿਹਾ। ਉਹ ਕਿਉਂ ਧੋਖਾ ਹੋ ਰਿਹਾ? ਉਹ ਇਹ ਹੀ ਆ ਕਿ ਕਿੰਗ ਮੇਕਰ ਜਿਹੜਾ ਹੈ ਨਾ, ਉਹਨੂੰ ਇਹ ਖਤਮ ਕਰਨਾ ਚਾਹੁੰਦੇ ਆ। ਜਿਹੜਾ 10ਵੇਂ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਤੋਰਿਆ ਔਰ ਉਹਦਾ ਰਾਜ ਹੋਇਆ, ਉਹਦੇ ਵਿੱਚ ਸਾਨੂੰ ਜ਼ਮੀਨਾਂ ਨਹੀਂ ਦਿੱਤੀਆਂ। ਸਾਡਾ ਜਿਹੜਾ ਅੱਜ ਜੋ ਕੁਛ ਇਸ ਵੇਲੇ ਹੋ ਰਿਹਾ ਜ਼ਿਮੀਂਦਾਰਾਂ ਦੇ ਨਾਲ, ਕਿਸਾਨਾਂ ਦੇ ਨਾਲ, ਉਹ ਕੀ ਆ? ਉਹਨਾਂ ਦੀਆਂ ਉਹੀ ਜ਼ਮੀਨਾਂ ਖੋਹ ਹੋ ਰਹੀਆਂ। ਕਿੰਨੇ ਸਾਲ ਕੋਈ ਵੀ ਸਹੀ ਇਨਫੋਰਮੇਸ਼ਨ ਨਹੀਂ ਮਿਲਦੀ। ਹੁਣ ਤੂੰ ਸਾਡੇ ਸਾਹਮਣੇ ਆ ਕਿ ਸੰਤ ਜਰਨੈਲ ਸਿੰਘ ਨੂੰ 22-23 ਸਾਲ ਤਾਂ ਇਹੀ ਕਹਿੰਦੇ ਰਹੇ ਉਹ ਜੀਂਦਾ। ਕੁਝ ਕੁ ਲੀਡਰ ਤਾਂ ਹੁਣ ਵੀ ਕਹੀ ਜਾਂਦੇ। ਬਿਲਕੁਲ, ਸਾਡੇ ਗੁਰੂ ਸਾਹਿਬਾਨ ਨੇ ਇਸੇ ਕਰਕੇ 5 ਪਿਆਰਿਆਂ ਦਾ ਸਿਸਟਮ ਕੀਤਾ ਸੀ ਕਿ ਇੱਕ ਬੰਦਾ ਡਿਕਟੇਟਰ ਨਾ ਬਣ ਜਾਵੇ। ਜਿਹੜਾ ਕਿ ਅੱਜ ਤੁਹਾਡੇ ਸਾਹਮਣੇ ਆ, ਮੋਦੀ ਇੱਕ ਡਿਕਟੇਟਰ ਬਣ ਕੇ ਬੈਠਾ। ਉਹ ਹਿਟਲਰ ਨਾਲੋਂ ਘੱਟ ਵਾ, ਅੱਬਲ ਤਾਂ 2 ਕਦਮ ਗਾਹਾਂ ਆ। ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ। ਇੱਕ ਵਾਰ ਫਿਰ ਜੁੜ ਚੁੱਕੇ ਹਾਂ ਇੰਗਲੈਂਡ ਬਰਮਿੰਘਮ ਦੀ ਧਰਤੀ ਤੋਂ। ਤੇ ਅੱਜ ਸਾਡੇ ਨਾਲ ਜੋ ਸ਼ਖਸੀਅਤ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ, ਬਹੁਤ ਹੀ ਖਾਸ ਨੇ। ਇੰਗਲੈਂਡ ਦੇ ਵਿੱਚ ਲੰਬੇ ਸਮੇਂ ਤੋਂ ਪੰਥਕ ਸਫਾ ਦੇ ਵਿੱਚ ਵਿਚਰਦੇ ਆਏ ਨੇ। ਵੱਖ-ਵੱਖ ਅਹੁਦਿਆਂ ਦੇ ਉੱਤੇ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਹੈ ਤੇ ਅੱਜ ਕੱਲ੍ਹ ਵੀ ਕਹੀਏ ਤਾਂ ਉਹ ਸਰਗਰਮ ਨੇ ਸਿੱਖ ਮਸਲਿਆਂ ਨੂੰ ਲੈ ਕੇ। ਜਿੱਥੇ ਆਪਾਂ ਪੰਜਾਬ ਦੀ ਗੱਲ ਕਰਦੇ ਹੁੰਦੇ ਹਾਂ ਤਾਂ ਇੰਗਲੈਂਡ ਵੀ ਸਿੱਖਾਂ ਦਾ ਦੂਸਰਾ ਘਰ ਹੈ, ਜਿੱਥੇ ਸਿੱਖ ਰਾਜਨੀਤੀ ਬੜੇ ਵੱਡੇ ਪੱਧਰ ਦੇ ਉੱਤੇ ਹਮੇਸ਼ਾ ਗਰਮਾਈ ਰਹਿੰਦੀ ਹੈ। ਕੋਈ ਵੀ ਐਸਾ ਮੁੱਦਾ ਹੋਵੇ ਉਸ ਨੂੰ ਲੈ ਕੇ ਇੰਗਲੈਂਡ ਦੇ ਸਿੱਖਾਂ ਦਾ ਜਿਹੜਾ ਆਪਾਂ ਕਹਿ ਲਈਏ ਵੀ ਇੱਕ ਮੁੱਢਲਾ ਰੋਲ ਜਿਹੜਾ ਹੈ ਉਹ ਰਹਿੰਦਾ। ਤੇ ਅੱਜ ਜੋ ਗੱਲਬਾਤ ਕਰਨੀ ਹੈ, ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਦਿਨ ਕਿਹੜੇ ਚੱਲ ਰਹੇ ਨੇ। ਜੂਨ ਦਾ ਮਹੀਨਾ, ਚਾਹੇ 1 ਤੋਂ 6 ਤਰੀਕ ਤੱਕ ਉਹ ਜਿਹੜਾ ਘੱਲੂਘਾਰਾ ਉੱਥੇ ਵਾਪਰਦਾ, ਪਰ ਇਹ ਸਾਰਾ ਹੀ ਮਹੀਨਾ ਉਸੇ ਹੀ ਸੰਤਾਪ ਦੇ ਵਿੱਚ ਸਿੱਖ ਸੰਗਤ ਜਿਹੜੀ ਹੈ ਹੰਡਾਉਂਦੀ ਹੈ। ਪਰ ਇਹਨਾਂ ਘੱਲੂਘਾਰਿਆਂ ਤੋਂ ਅਸੀਂ ਕਿੰਨਾ ਕੁ ਸਿੱਖਦੇ ਹਾਂ, ਇਹ ਬਹੁਤ ਸਮਝਣਾ ਜ਼ਰੂਰੀ ਹੈ। ਅਸੀਂ ਨਾਅਰੇ ਤਾਂ ਮਾਰ ਲੈਂਦੇ ਹਾਂ, ਯਾਦ ਤਾਂ ਕਰ ਲੈਂਦੇ ਹਾਂ ਕਿ ਸਾਨੂੰ 84 ਨਹੀਂ ਭੁੱਲਦੀ ਜਾਂ ਬਹੁਤ ਕੁਛ ਕਹਿ ਲੈਂਦੇ ਹਾਂ, ਪਰ ਕੀ ਇਹਨਾਂ ਘੱਲੂਘਾਰਿਆਂ ਤੋਂ ਕੌਮਾਂ ਨੂੰ ਸਿੱਖਣਾ ਚਾਹੀਦਾ, ਸਰਕਾਰਾਂ ਨੂੰ ਸਿੱਖਣਾ ਚਾਹੀਦਾ, ਤਾਂ ਕਿ ਇਹ ਸਾਰਾ ਕੁਛ ਜਿਹੜਾ ਵਾਰ-ਵਾਰ ਨਾ ਵਾਪਰੇ। ਸੋ ਅੱਜ ਸਾਡੇ ਨਾਲ ਜਿਹੜੇ ਸ਼ਖਸੀਅਤ ਨੇ ਉਹ ਬਖੂਬੀ ਲੰਬੇ ਸਮੇਂ ਤੋਂ ਇਹ ਸਾਰਾ ਵਰਤਾਰਾ ਜਿਹੜਾ ਦੇਖ ਰਹੇ ਨੇ। ਸੋ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਬਾਰੇ ਦੱਸ ਦਈਏ ਕਿ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਜੀ ਸਰਦਾਰ ਅਮਰੀਕ ਸਿੰਘ ਜੀ ਸਹੋਤਾ, OBE ਤੇ ਕਾਉਂਸਲ ਆਫ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਵੀ ਨੇ। ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਇਸ ਵੇਲੇ ਆਪਣਾ ਬਿਜ਼ਨਸ ਰਨ ਕਰਦੇ ਨੇ। ਲੰਬੇ ਸਮੇਂ ਤੋਂ ਆਪਣਾ ਬਿਜ਼ਨਸ, ਇੱਕ ਸਕਸੈਸਫੁਲ ਬਿਜ਼ਨਸ ਜਿਹੜਾ UK ਦੇ ਵਿੱਚ ਰਨ ਕਰਦੇ ਆਏ ਨੇ। ਕੋਈ ਵੇਲਾ ਸੀ ਜਦੋਂ ਆਪਣਾ ਮੀਡੀਆ ਵੀ ਇਹਨਾਂ ਵੱਲੋਂ ਰਨ ਕੀਤਾ ਗਿਆ UK ਦੇ ਵਿੱਚ, ਐਜ਼ ਸਿੱਖ ਮੀਡੀਆ ਰਨ ਕੀਤਾ ਗਿਆ।
ਸੋ ਜਦੋਂ ਅਸੀਂ ਵੱਖ-ਵੱਖ ਟੀਵੀ ਚੈਨਲਾਂ ਦੇ ਉੱਤੇ ਇਹਨਾਂ ਨੂੰ ਬੋਲਦੇ ਹਾਂ ਸੁਣਦੇ ਹਾਂ ਤਾਂ ਫਿਰ ਦਿਲ ਕਰਦਾ ਕਿ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਤੁਹਾਡੇ ਵੀ ਰੂਬਰੂ ਕਰਵਾਈਏ। ਸੋ ਸੋਹਤਾ ਸਾਹਿਬ ਨੂੰ ਸਭ ਤੋਂ ਪਹਿਲਾਂ ਆਪਾਂ ਜੀ ਆਇਆਂ ਨੂੰ ਕਰਦੇ ਹਾਂ, ਫਤਿਹ ਦੀ ਸਾਂਝ ਪਾਉਂਦੇ ਹਾਂ। ਸੋਹਤਾ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲਜੀਤ ਸਿੰਘ ਜੀ, ਸੋ ਸਭ ਤੋਂ ਪਹਿਲਾਂ ਜਿਹੜਾ ਮੇਰਾ ਕੁਐਸਚਨ ਹੈਗਾ, ਮੈਂ ਆਪਣੇ ਦਰਸ਼ਕਾਂ ਨੂੰ ਥੋੜ੍ਹਾ ਬਹੁਤਾ ਜਿੰਨੀ ਕੁ ਮੈਨੂੰ ਜਾਣਕਾਰੀ ਦੇ ਮੁਤਾਬਕ ਮੈਂ ਤਾਰਫ ਤਾਂ ਕਰਾ ਦਿੱਤਾ, ਪਰ ਮੈਂ ਇਹ ਚਾਹੁੰਦਾ ਕਿ ਪਹਿਲਾਂ ਤੁਸੀਂ ਇਹ ਦੱਸੋ ਵੀ ਇੰਗਲੈਂਡ ਦੀ ਧਰਤੀ 'ਤੇ ਕਦੋਂ ਆਉਣੇ ਹੋਏ? ਦਲਜੀਤ ਜੀ, ਮੈਂ ਸਾਡੇ ਬਾਲ ਸਾਹਿਬ ਡੈਡੀ ਸਾਹਿਬ ਸਰਦਾਰ ਸਵਰਨ ਸਿੰਘ ਜੀ ਸ਼ੇਰੇ ਪੰਜਾਬ ਕਰਕੇ ਜੀ, ਉਹ 1956 'ਚ ਆਏ ਸੀ ਕੀ ਬਾਤ ਹੈ। ਅਤੇ ਉਹਨਾਂ ਤੋਂ ਬਾਅਦ ਮੈਂ 1958 'ਚ ਆਇਆ ਅਤੇ ਮੇਰੀ ਉਮਰ ਉਦੋਂ 8 ਸਾਲ ਦੀ ਸੀ। 8 ਸਾਲ ਦੀ, ਠੀਕ ਹੈ ਠੀਕ ਹੈ। ਅਤੇ ਮਦਰ ਦੇ ਨਾਲ ਆਏ ਸੀ ਅਤੇ ਸਾਰੀ ਫੈਮਿਲੀ ਆਈ ਸੀ, ਠੀਕ ਹੈ ਜੀ। ਅਤੇ ਉਦੋਂ ਤੋਂ ਹੀ ਅਸੀਂ ਬਰਮਿੰਘਮ ਦੇ ਵਿੱਚ ਹੀ ਰਹੇ ਹਾਂ। ਅੱਛਾ ਜੀ। ਅਤੇ ਜਿਹੜਾ ਗੁਰੂ ਨਾਨਕ ਗੁਰਦੁਆਰਾ ਸਮੈਦਿਕਵਾ ਇਹ 1959 ਦੇ ਵਿੱਚ ਖਰੀਦਿਆ ਸੀ ਅੱਛਾ, ਅਤੇ 61 ਦੇ ਵਿੱਚ ਇਹਦੀ ਓਪਨਿੰਗ ਕੀਤੀ ਸੀ। ਠੀਕ ਹੈ। ਸੋ ਸਾਡਾ ਜਿਹੜਾ ਲਗਨ ਆ ਉਹ ਉਸ ਗੁਰੂ ਘਰ ਦੇ ਨਾਲ ਪਹਿਲਾਂ ਤੋਂ ਹੀ ਆ। ਠੀਕ ਹੈ। ਅਤੇ ਉੱਥੇ ਪਹਿਲਾ ਜਿਹੜਾ ਪੰਜਾਬੀ ਸਕੂਲ ਪੰਜਾਬੀ ਪੜ੍ਹਾਉਣ ਨੂੰ ਸਾਡੇ ਡੈਡੀ ਇੱਥੇ ਕਮੇਟੀ ਦੇ ਵਿੱਚ ਸੀ ਜੀ, ਅਤੇ ਉਹਨਾਂ ਨੇ ਫਿਰ ਕੋਸ਼ਿਸ਼ ਇਹ ਕੀਤੀ ਸੀ ਕਿ ਜਿਹੜੀ ਸਾਡੀ ਪੰਜਾਬੀ ਆ ਇਹ ਬਹੁਤ ਜ਼ਰੂਰੀ ਆ। ਪੰਜਾਬ ਦੇ ਨਾਲ ਜੁੜੇ ਰਹਿਣ ਲਈ ਪੰਜਾਬੀ ਹੋਣਾ ਸਾਡੇ ਲਈ ਲਾਜ਼ਮੀ ਹੈਗਾ। ਸੋ ਇਸ ਕਰਕੇ ਔਰ ਸਾਡੇ ਡੈਡੀ ਸੇ ਉਹਨਾਂ ਨੇ ਬਿਜ਼ਨਸ ਪਹਿਲਾਂ ਡੋਰ ਟੂ ਡੋਰ ਬਿਜ਼ਨਸ ਕੀਤੀ, ਫਿਰ 1964 ਤੋਂ ਲੱਗ ਕੇ ਉਹਨਾਂ ਨੇ ਆਪਣੀ ਬਿਜ਼ਨਸ ਖੋਲ੍ਹੀ। ਡੋਰ ਟੂ ਡੋਰ ਵੀ ਜਿਹੜੀ ਬਿਜ਼ਨਸ ਸੀ ਉਹ ਇੱਦਾਂ ਸੀ ਵੀ ਘਰਾਂ 'ਚ ਜਾ ਕੇ ਜਾਣੀ ਸਮਾਨ ਵੇਚਦੇ ਹੁੰਦੇ ਸੀਗੇ, ਅਤੇ ਡੇ ਟਾਈਮ 'ਤੇ ਰਿਪਟਨ ਫਾਊਂਡਰੀ ਅਤੇ ਵਨ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਸਾਰਿਆਂ ਨਾਲੋਂ ਹਾਰਡ ਕੰਮ ਜਿਹੜਾ ਸੀ ਉਹ ਇਹੀ ਸੀ ਵੀ ਉਸ ਵੇਲੇ ਮੌਡਰੀ ਹੁੰਦੀ ਸੀ ਅਤੇ ਉਹਨਾਂ ਕੰਮਾਂ ਦੇ ਵਿੱਚ ਉਹਨਾਂ ਨੇ ਸਾਰਾ ਸਭ ਕੁਝ ਕੀਤਾ ਅਤੇ ਅਸੀਂ ਇੱਥੇ ਆਏ ਹਾਂ ਅਤੇ ਉਹ ਅੱਜ ਤਾਈਂ ਬਸ ਇਸੇ ਹਿਸਾਬ ਦੇ ਨਾਲ ਚੱਲੀ ਜਾ ਰਹੇ ਹਾਂ। ਤੁਹਾਡੇ ਨਾਮ ਪਿੱਛੇ ਜਿਹੜੀ ਇੱਕ OBE ਲੱਗਦਾ, ਮੈਂ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਦਰਸ਼ਕਾਂ ਨੂੰ, ਈਵਨ ਕਿ ਮੈਨੂੰ ਵੀ ਤੁਸੀਂ ਬਹੁਤ ਦੇਰ ਪਹਿਲਾਂ ਦੱਸਿਆ ਸੀ, ਅਤੇ ਮੈਂ ਚਾਹੁੰਦਾ ਕਿ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ OBE ਦੀ ਜਿਹੜੀ ਫੁੱਲ ਫਾਰਮ ਹੈ ਇਹ ਕਿਵੇਂ ਤੁਹਾਡੇ ਨਾਮ ਦੇ ਨਾਲ ਲੱਗੀ ਹੈ? ਇਹ ਜੀ ਕੁਈਨ ਤੋਂ ਅਵਾਰਡ ਮਿਲਦਾ ਆ। ਅੱਛਾ ਜੀ। ਇਹ ਹੈਗਾ ਆ ਵੀ ਆਰਡਰ ਆਫ ਦ ਬ੍ਰਿਟਿਸ਼ ਐਮਪਾਇਰ। ਕੀ ਬਾਤ ਹੈ। ਅਤੇ ਇਹ ਕੁਈਨ ਆਪਣੇ ਬਰਥਡੇ 'ਤੇ ਜਾਣੀ ਨਿਊ ਈਅਰਸ 'ਤੇ ਉਹ ਦਿੰਦੇ ਆ। ਮੈਨੂੰ ਇਹ 2001 2002 ਦੇ 2001 ਦੇ ਵਿੱਚ ਮਿਲਿਆ ਸੀ। ਅੱਛਾ। ਡਿਕਲੇਅਰ ਹੋਇਆ ਸੀ ਅਤੇ 2000 ਦੇ ਵਿੱਚ ਮੈਂ ਜਾ ਕੇ ਕੁਈਨਸ ਦੇ ਜਿਹੜੀ ਬਕਿੰਗਮ ਪੈਲੇਸ ਆ ਉਹਦੇ ਵਿੱਚੋਂ ਇਹ ਲਿਆ ਸੀ। ਮਤਲਬ ਕਿ ਖਾਸ ਜਿਹੜੇ ਲੋਕ ਹੁੰਦੇ ਨੇ ਇੰਗਲੈਂਡ ਦੇ ਵਿੱਚ, ਜਿਹੜੇ ਜ਼ਿੰਮੇਵਾਰ ਨਾਗਰਿਕ ਹੁੰਦੇ ਨੇ, ਉਹਨਾਂ ਦੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਭੂਮਿਕਾਵਾਂ ਹੁੰਦੀਆਂ। ਸੋ ਇੱਥੇ ਮਹਾਰਾਣੀ ਜਿਹੜੀ ਹੈ ਇੰਗਲੈਂਡ ਦੀ, ਉਹਦੇ ਵੱਲੋਂ ਫਿਰ ਇੱਕ ਅਵਾਰਡ ਦਿੱਤੇ ਜਾਂਦੇ ਨੇ। ਸੋ ਉਹਨਾਂ ਦੇ ਵਿੱਚ ਸਰਦਾਰ ਅਮਰੀਕ ਸਿੰਘ ਸੋਹਤਾ ਸਾਹਿਬ ਨੂੰ ਵੀ OBE ਦੀ ਜਿਹੜੀ ਉਪਾਧੀ ਹੈਗੀ ਹੈ ਉਹ ਮਿਲੀ ਹੋਈ ਹੈ। ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਮੈਂ ਦੱਸ ਦੇਣਾ ਚਾਹੁੰਦਾ। ਸੋ ਉਸ ਤੋਂ ਬਾਅਦ ਗੱਲ ਕਰੀਏ ਕਾਉਂਸਲ ਆਫ ਖਾਲਿਸਤਾਨ ਦੀ, ਅਤੇ ਇਹਦਾ ਕਿਵੇਂ ਗਠਨ ਹੋਇਆ ਅਤੇ ਇਹ ਕੀ ਕੰਮ ਕਰਦੀ ਹੈ, ਇਹਦੇ ਬਾਰੇ ਵੀ ਜ਼ਰੂਰ ਜਾਣਨਾ ਪਾਈਏ ਆਪਾਂ ਜੀ। ਇਹ ਜਿਹੜੀ ਕਾਉਂਸਲ ਆਫ ਖਾਲਿਸਤਾਨ ਵਾ ਸਰਬੱਤ ਖਾਲਸਾ ਹੋਇਆ ਸੀ 1986 ਦੇ ਵਿੱਚ। ਬਿਲਕੁਲ ਹੋਇਆ ਸੀ ਜੀ। ਸਰਬੱਤ ਖਾਲਸਾ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ 29 ਅਪ੍ਰੈਲ ਨੂੰ ਡਿਕਲੇਅਰ ਕੀਤਾ ਸੀ ਸਿੱਖ ਕੌਮ ਦਾ ਆਪਣਾ ਘਰ। ਅੱਛਾ। ਅਤੇ ਉਹਨਾਂ ਨੇ ਫਿਰ ਇਹ ਬਾਬਾ ਮਾਨੋ ਚਾਲ ਨੇ ਕਾਉਂਸਲ ਆਫ ਖਾਲਿਸਤਾਨ ਇੰਟਰਨੈਸ਼ਨਲ ਤੌਰ 'ਤੇ, ਤਾਂ ਕਿ ਇਹ ਸਾਰੀ ਦੁਨੀਆ ਨੂੰ ਦੱਸ ਸਕੇ ਕਿ ਸਿੱਖਾਂ ਦੇ ਨਾਲ ਕੀ ਹੋ ਰਿਹਾ, ਕੀ ਵਰਤਾਵਾ ਆ, ਅਤੇ ਅਸੀਂ ਆਪਣਾ ਕੇਸ ਫੁੱਟ ਫੋਰਡ ਕਰ ਸਕੀਏ ਸਾਰੀ ਦੁਨੀਆ ਦੇ ਵਿੱਚ, ਅਤੇ ਇਹਨੂੰ ਦੱਸ ਸਕੀਏ ਵੀ ਇਹ ਸਿੱਖਾਂ ਦੇ ਕੀ ਸਟੇਟਸ ਵਾ, ਕੀ ਸਿੱਖ ਕਰਦੇ ਆ, ਕੀ ਇਹਨਾਂ ਦਾ ਬੈਕਗਰਾਊਂਡ ਵਾ, ਅਤੇ ਕਿਸ ਹਿਸਾਬ ਦੇ ਨਾਲ ਇਹ ਆਪਣੇ ਹਿਊਮਨ ਰਾਈਟਸ ਅਤੇ ਜਿਹੜੀ ਜੈਨੋਸਾਈਡ ਸਾਡੇ ਨਾਲ ਕੀਤਾ ਗਿਆ ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਪ੍ਰਫੁੱਲਤ ਕਰ ਸਕੀਏ, ਦੱਸ ਸਕੀਏ, ਅਤੇ ਉਹਦੇ ਨਾਲ ਇਹਨਾਂ ਨੂੰ ਕਲੀਅਰ ਕਰ ਸਕੀਏ ਵੀ ਆਹ ਸਾਡੇ ਨਾਲ ਜ਼ੁਲਮ ਹਿੰਦੁਸਤਾਨ ਦੀ ਸਰਕਾਰ ਕਰ ਰਹੀ ਹੈ।
ਸੋ ਬਾਬਾ ਮਾਨੋ ਚਾਹਲ ਤੋਂ ਸ਼ੁਰੂ ਹੋਈ, ਆਪਾਂ ਕਹਿ ਲਈਏ ਵੀ ਕੌਂਸਲ ਆਫ ਖਾਲਿਸਤਾਨ। ਇਹ ਸਰਬੱਤ ਖਾਲਸਾ ਵੱਲੋਂ ਹੋਈ ਆ। ਅੱਛਾ ਜੀ। ਸਰਬੱਤ ਖਾਲਸਾ ਨੇ ਇੰਟਰਨੈਸ਼ਨਲ ਵਿੰਗ ਕੌਂਸਲ ਆਫ ਖਾਲਿਸਤਾਨ ਬਣਾਇਆ ਸੀ। ਸੋਹਤਾ ਸਾਹਿਬ, ਆਮ ਜਦੋਂ ਆਪਾਂ ਖਾਲਿਸਤਾਨ ਦਾ ਨਾਮ ਸੁਣਦੇ ਹਾਂ ਜਾਂ ਫਿਰ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਕੋਈ ਖਾਲਿਸਤਾਨ ਸਿੱਖ ਸੰਘਰਸ਼ ਦੇ ਨਾਲ ਰਿਲੇਟਡ ਬਣਦੀਆਂ, ਤੇ ਉਹਨਾਂ ਦਾ ਨਾਮ ਜਿਹੜਾ ਅੱਤਵਾਦ ਨਾਲ ਜੋੜ ਦਿੱਤਾ ਜਾਂਦਾ ਹੈ ਵੀ ਭਾਈ ਇਹ ਕੁਝ ਇਸ ਤਰ੍ਹਾਂ ਦੀਆਂ ਕਾਰਵਾਈਆਂ ਵੀ ਕਰਦੇ ਹੋਣਗੇ। ਸੋ ਕੌਂਸਲ ਆਫ ਖਾਲਿਸਤਾਨ ਕਿਸ ਤਰ੍ਹਾਂ ਕੰਮ ਕਰਦੀ ਹੈ ਵੀ ਇਹ ਜਿਵੇਂ ਆਪਾਂ ਭਾਰਤ ਦੀ ਮੀਡੀਆ ਦੇ ਅਨੁਸਾਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਆਮ ਤੌਰ ਤੇ ਸਿੱਖ ਜਥੇਬੰਦੀਆਂ ਨੂੰ ਇਸ ਤਰ੍ਹਾਂ ਜੋੜ ਦਿੱਤਾ ਜਾਂਦਾ? ਦੇਖੋ ਜੀ, ਇਹ ਭਾਰਤ ਸਰਕਾਰ ਦਾ ਕੰਮ ਆ। ਉਹਨਾਂ ਨੇ ਤਾਂ ਹਰੇਕ ਬੰਦੇ ਨੂੰ ਜਿਹੜਾ ਆਪਣੇ ਹੱਕ ਮੰਗਦਾ ਉਹਨੂੰ ਇੱਕ ਕਿਸਮ ਦਾ ਉਹਨਾਂ ਨੇ ਇਹ ਕਹਿਣਾ ਹੀ ਆ ਕਿ ਇਹ ਅੱਤਵਾਦੀ ਆ, ਇਹ ਵੱਖਵਾਦੀ ਆ, ਇਹ ਟੈਰਰਿਸਟ ਆ। ਜਿਹਦੀ ਇੱਕ ਬਹੁਤ ਵੱਡੀ ਮਿਸਾਲ ਆ ਜੋ ਮੈਂ ਸਮਝਦਾ ਤਾਂ ਉਹ ਇਹ ਆ ਕਿ ਸੰਤ ਜਰਨੈਲ ਸਿੰਘ ਜੀ ਨੂੰ ਉਹਨਾਂ ਨੇ ਪਹਿਲਾਂ ਪ੍ਰਮੋਟ ਕੀਤਾ, ਤੇ ਪ੍ਰਮੋਟ ਕਰਨ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਜਾ ਕੇ ਇਹ ਰੌਲਾ ਪਾਇਆ ਕਿ ਇਹ ਅੱਤਵਾਦੀ ਆ, ਇਹ ਅਕਾਲ ਤਖਤ ਤੇ ਜਮਨੀ ਕਬਜ਼ਾ ਕਰਕੇ ਬੈਠਾ, ਇਹਦੇ ਕੋਲ ਗੰਨਾ, ਇਹਦੇ ਕੋਲ ਫਲਾਨਾ, ਇਹਦੇ ਕੋਲ ਆ। ਉਹਦੇ ਨਾਲ ਇਹਨਾਂ ਨੇ ਇੰਗਲੈਂਡ ਕੀ ਸਾਰੇ ਮੁਲਕਾਂ ਦੇ ਵਿੱਚ ਜਾ ਕੇ ਇਸ ਗੱਲ ਨੂੰ ਪ੍ਰਚਲਿਤ ਕੀਤਾ ਔਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਸਿਰਫ ਤੇ ਸਿਰਫ ਇਸ ਕਰਕੇ ਇੱਥੇ ਅਟੈਕ ਕਰ ਰਹੀ ਹਾਂ ਕਿ ਇਹ ਜਿਹੜਾ ਆ ਅੱਤਵਾਦ ਦੇ ਨਾਲ ਉਹ ਇਹਨੂੰ ਫੈਲਾ ਕੇ ਤੇ ਆਪਣੀ ਮਨਮਰਜ਼ੀ ਕਰ ਰਿਹਾ। ਸੋ ਇਸ ਕਰਕੇ ਇਹਨੂੰ ਜਿਹੜਾ ਆ, ਦੇਖੋ ਇਹ ਤਾਂ ਕਲੀਅਰ ਹੋਇਆ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਜੋ ਕੁਛ ਕੀਤਾ ਉਹ ਆਪਣੀ ਸਿੱਖੀ ਅਣਖ ਤੇ ਸਿੱਖਾਂ ਦੇ ਲਈ, ਤੇ ਇਕੱਲੇ ਸਿੱਖਾਂ ਦੇ ਨਾਲ ਨਹੀਂ, ਉਹਨਾਂ ਨੇ ਸਾਰੇ ਪੰਜਾਬੀਆਂ ਦੇ ਹੱਕਾਂ ਤੇ ਜਿਹੜੀ ਇਹ ਕਰ ਰਹੇ ਸੀ, ਬੇਅਦਬੀ ਕਰ ਰਹੇ ਆ ਜਾਂ ਉਹਨਾਂ ਦੇ ਹੱਕਾਂ ਨੂੰ ਮਾਰ ਰਹੇ ਆ, ਉਹਨਾਂ ਦੇ ਉਲਟ ਉਹਨਾਂ ਨੇ ਆਵਾਜ਼ ਬੁਲੰਦ ਕੀਤੀ। ਉਹਨਾਂ ਦੀ ਆਵਾਜ਼, ਇੱਕ ਗੱਲ ਹੋਰ ਥੋੜ੍ਹੀ ਜਿਹੀ ਇਹਦੇ ਵਿੱਚ ਕਰਨ ਵਾਲੀ ਆ ਕਿ ਅਕਾਲੀ ਦਲ ਨੇ ਉਸ ਵੇਲੇ ਨਾਮ ਮਿਲਵਰਤਨ ਦਾ ਮਤਾ ਪਾਸ ਕੀਤਾ ਸੀ, ਜਿਹੜਾ ਕਿ ਉਹ 3 ਤਰੀਕ ਨੂੰ ਉਹਨਾਂ ਦਾ ਲਾਗੂ ਹੋਣਾ ਸੀ, ਖਤਮ ਹੋਣਾ ਸੀ। ਔਰ ਉਹਨੂੰ ਇਹਨਾਂ ਨੇ ਡਿਟਰ ਕਰਨੇ ਨੂੰ ਵੀ ਉਹ ਇਹ ਸੀ ਕਿ ਇਹਨਾਂ ਨੇ ਖੇਲ ਇਸ ਤਰੀਕੇ ਦੇ ਨਾਲ ਬਣਾਇਆ ਸੀ ਕਿ ਅਸੀਂ ਦੁਨੀਆ ਦੇ ਵਿੱਚ ਇਹ ਦੱਸ ਸਕੀਏ ਕਿ ਅਸੀਂ ਬਹੁਤ ਚੰਗੇ ਹਾਂ, ਤੇ ਇਹ ਜਿਹੜੇ ਸਿੱਖ ਆ, ਇਹ ਜਿੱਦਾਂ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਨਾ ਵੀ ਜਰਾਇਮ ਪੇਸ਼ਾ ਕੌਮ, ਉਸੇ ਤਰੀਕੇ ਦੇ ਨਾਲ ਇੰਦਰਾ ਗਾਂਧੀ ਨੇ ਇਹ ਸਾਰੀ ਦੁਨੀਆ ਦੇ ਵਿੱਚ ਇਹ ਪ੍ਰਚਲਿਤ ਕੀਤੀ, ਤਾਂ ਪ੍ਰਚਾਰ ਕੀਤਾ ਤਾਂ ਕਿ ਸਿੱਖਾਂ ਨੂੰ ਇੱਕ ਬੈਡ ਇੰਪ੍ਰੈਸ਼ਨ ਦੇ ਵਿੱਚ ਸ਼ੋਅ ਕੀਤਾ ਜਾ ਸਕੇ। ਸੋਹਤਾ ਸਾਹਿਬ, ਸਵਾਲਾਂ ਦੀ ਸ਼ੁਰੂਆਤ ਦੇ ਵਿੱਚ ਹੀ ਜਿਹੜਾ ਸਵਾਲ ਮੇਰੇ ਮਨ ਦੇ ਵਿੱਚ ਪਹਿਲਾਂ ਹੀ ਆਉਂਦਾ ਹੈ ਕਿ ਜੇ ਸਿੱਖਾਂ ਨੇ 1947 ਦੇ ਵਿੱਚ ਭਾਰਤ ਦੇ ਨਾਲ ਰਹਿਣ ਦਾ ਫੈਸਲਾ ਲੈ ਲਿਆ ਸੀ ਤਾਂ ਬਾਅਦ ਵਿੱਚ ਫਿਰ ਬਗਾਵਤ ਕਿਉਂ? ਜੇ ਆਪਾਂ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਹੋਰਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਵੀ ਅਸੀਂ ਨਹਿਰੂ ਹੋਰਾਂ ਦੇ ਨਾਲ ਹਾਂ, ਇਹ ਸਾਰੀ ਗੱਲਬਾਤ ਜਿਹੜੀ ਹੈ ਜੋ ਇਹ ਕਹਿਣਗੇ ਅਸੀਂ ਚੱਲਾਂਗੇ, ਇੱਕ ਵੱਖਰਾ ਸੂਬਾ ਦੇ ਦਿੱਤਾ ਜਾਏਗਾ। ਜਦ ਇਹ ਸਾਰੀਆਂ ਗੱਲਾਂ ਹੋ ਗਈਆਂ ਫਿਰ ਬਗਾਵਤ ਕਿਉਂ ਸ਼ੁਰੂ ਹੋ ਗਈ ਸਿੱਖਾਂ ਵੱਲੋਂ? ਜਾਂ ਉਸ ਤੋਂ ਬਾਅਦ ਆਪਾਂ ਕਹਿ ਲਈਏ ਪੰਜਾਬੀ ਸੂਬਾ ਮੋਰਚਾ, ਫਿਰ ਭਿੰਡਰਾਂ ਵਾਲੇ ਸੰਤਾਂ ਦਾ ਸਮਾਂ ਆ ਜਾਂਦਾ। ਸੋ ਕਿਉਂ ਫਿਰ ਸਿੱਖ ਜਿਹੜੇ ਆ ਅਲੱਗ ਸਟੇਟ ਮੰਗਦੇ ਆ ਜਦ ਕਿ 1947 ਦੇ ਵਿੱਚ ਰਹਿਣ ਦਾ ਫੈਸਲਾ ਲੈ ਲਿਆ ਸੀ ਨਾਲ? ਦਲਜੀਤ ਜੀ, ਗੱਲ ਇਹ ਹੁੰਦੀ ਆ ਵੀ ਜਿਸ ਵੇਲੇ ਆਪਾਂ ਸਾਂਝ ਪਾਉਂਦੇ ਆ ਨਾ, ਸਾਂਝ ਕਰੀਏ ਗੁਣਾਂ ਕੀ, ਇਹ ਗੁਣਾਂ ਦੀ ਸਾਂਝ ਨਹੀਂ। ਦੇਖੋ, ਜਿਹੜਾ 1947 ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਵੀ ਅੰਗਰੇਜ਼ ਸਰਕਾਰ ਨੇ ਪਹਿਲਾਂ ਵੀ ਜਿਸ ਵੇਲੇ ਮਹਾਰਾਜਾ ਦਲੀਪ ਸਿੰਘ ਨੂੰ ਉੱਥੋਂ ਲਿਆ ਕੇ ਇੱਥੇ, ਤੇ ਉਸ ਵੇਲੇ ਇਹਨਾਂ ਨੇ ਇਹ ਗੱਲ ਸੰਧੀ ਕੀਤੀ ਸੀ ਕਿ ਅਸੀਂ ਤੁਹਾਡਾ ਰਾਜ ਜਦ ਜਾਵਾਂਗੇ ਤੁਹਾਨੂੰ ਰਾਜ ਵਾਪਸ ਦੇਵਾਂਗੇ। ਬਿਲਕੁਲ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹਿਸਟੋਰੀਕਲੀ ਫੈਕਟਸ ਆ। ਤੇ ਜਦ ਸਾਡਾ ਰਾਜ ਸੀ, ਪੰਜਾਬ ਜਿਹੜਾ ਸੀ ਉਹ ਸਿੱਖਾਂ ਦਾ ਸੀ, ਪੰਜਾਬੀਆਂ ਦਾ ਸੀ, ਤੇ ਉਹ ਮਹਾਰਾਜਾ ਰਣਜੀਤ ਸਿੰਘ ਵਰਗਾ ਅੱਜ ਤੇ ਰਾਜ ਨਹੀਂ ਕੋਈ ਹੋਇਆ, ਉੱਥੇ ਕੋਈ ਫਾਂਸੀ ਨਹੀਂ ਹੋਈ ਔਰ ਕਿਸੇ ਨੂੰ ਉਹਨਾਂ ਨੇ ਤੰਗ ਨਹੀਂ ਕੀਤਾ, ਦੁਖੀ ਨੂੰ ਖਾਣਾ ਪਹੁੰਚਾਇਆ। ਔਰ ਇੱਕ ਮਿਸਾਲ ਆ, ਬੜੀ ਪ੍ਰਚਲਿਤ ਮਿਸਾਲ ਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪ ਆਟੇ ਦੀ ਬੋਰੀ ਜਾਂ ਆਟਾ ਆਪਣੇ ਉਹਨਾਂ ਨੇ ਆਪਣੀ ਪਿੱਠ ਦੇ ਉੱਪਰ ਚੱਕ ਕੇ ਤੇ ਉਹਨਾਂ ਨੇ ਉਸ ਬੁੱਢੀ ਮਾਂ ਦੇ ਘਰ ਲਿਜਾ ਕੇ ਦਿੱਤਾ। ਇਹ ਇੱਕ ਕਿੱਡੀ ਵੱਡੀ ਚੀਜ਼ ਵਾ ਕਿ ਸਿੱਖਾਂ ਦਾ ਕਿਰਦਾਰ ਕਿੱਡਾ ਉੱਚਾ।
ਸੋ ਇਸ ਕਰਕੇ ਉਹ ਜਿਹੜੀ ਚੀਜ਼ ਆ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਉਹ ਇਹ ਹੀ ਆ ਕਿ ਜਦ 1947 ਤੋਂ ਲੱਗ ਕੇ 1950 ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿਤਾ ਜੀ। ਫਿਰ ਉਹ ਪੰਜਾਬੀ ਸੂਬਿਆਂ ਤੇ ਸਾਰੇ ਸੂਬੇ ਬਣਾਤੇ, ਪੰਜਾਬੀ ਸੂਬਾ ਨਹੀਂ ਬਣਾਇਆ। ਫਿਰ ਜੇ ਉਹ ਬਣਾਇਆ ਵੀ ਤਾਂ ਜਵਾਹਰ ਲਾਲ ਨਹਿਰੂ ਨੇ ਨਹੀਂ ਬਣਾਇਆ ਜੀ। ਉਹ ਕਹਿੰਦਾ ਸੀ ਵੀ ਜਿੰਨਾ ਚਿਰ ਮੈਂ ਹੈਗਾ ਆ ਇਹ ਜਿਹੜਾ ਫਤੂਰ ਆ ਇਹਨਾਂ ਦੇ ਦਿਮਾਗ 'ਚ ਹੀ ਰਹਿਣਾ, ਅਸਲੀਅਤ 'ਚ ਨਹੀਂ ਆਉਣਾ। ਔਰ ਉਹ ਗੱਲ ਉਹਦੀ ਹੁਣ ਆਪਣੀ ਪੂਰੀ ਪਗਾਈ ਵੀ ਆ। ਉਹਦੇ ਜੀਂਦੇ ਜੀ ਜਾਨੀ ਪੰਜਾਬ ਜਿਹੜਾ ਆ ਉਹ ਸੂਬਾ ਨਹੀਂ ਬਣਿਆ। ਤੇ ਜਿਸ ਵੇਲੇ ਫਿਰ ਉੱਥੋਂ ਗੱਲ ਉਹ ਵੀ ਬਣ ਗਈ। ਹੁਣ ਦੇਖੋ ਤੁਸੀਂ ਦੇਖੋ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਪੰਜਾਬ ਸੀ ਉਹ ਦੋ ਹਿੱਸੇ ਪਾਕਿਸਤਾਨ 'ਚ ਰਹਿ ਗਿਆ, ਇੱਕ ਹਿੱਸਾ ਪੰਜਾਬ ਇੱਧਰ ਆਇਆ ਜੀ। ਬਿਲਕੁਲ। ਔਰ ਇੱਕ ਹਿੱਸੇ ਦੇ ਵਿੱਚੋਂ ਵੀ ਤਿੰਨ ਟੋਟੇ ਕਰ ਦਿੱਤੇ, ਹਿਮਾਚਲ, ਪੰਜਾਬ ਤੇ ਹਰਿਆਣਾ, ਰਾਜਸਥਾਨ ਦਾ ਵੀ ਕੁਝ ਹਿੱਸਾ ਚਲੇ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਥੋੜਾ ਜਿਹਾ ਦੇਖਣ ਵਾਲੀ ਗੱਲ ਆ ਕਿ ਸਾਡੇ ਨਾਲ ਵਿਤਕਰੇ ਕਿੰਨੇ ਹੋਏ। ਹੁਣ ਜਿਸ ਵੇਲੇ ਕੋਈ ਵੀ ਬੱਚਾ ਆ, ਕੋਈ ਵੀ ਇਨਸਾਨ ਆ, ਉਹਨੂੰ ਜੇ ਉਹਦਾ ਹੱਕ ਨਹੀਂ ਮਿਲਦਾ ਤੇ ਫਿਰ ਉਹ ਆਪਣੇ ਹੀਲੇ ਵਸੀਲੇ ਬਣਾਉਂਦਾ ਹੀ ਆ। ਤੇ ਅਸੀਂ ਸਿੱਖਾਂ ਨੇ ਜੇ ਇੰਨੀਆਂ ਕੁਰਬਾਨੀਆਂ ਕੀਤੀਆਂ, ਦੇਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਤੇ ਉਹਨਾਂ ਨੇ ਜਾਣੀ ਸਾਰਿਆਂ ਨੂੰ ਹਿੰਦੂ ਧਰਮ ਨੂੰ ਬਚਾਇਆ। ਜੇ ਉਹਨਾਂ ਨੇ ਬਚਾਇਆ, ਇਕੱਲੇ ਸਿਰਫ ਹਿੰਦੂ ਧਰਮ ਨੂੰ ਨਹੀਂ ਬਚਾਇਆ, ਉਹ ਹਿਊਮੈਨਿਟੀ ਤੇ ਆ। ਬਿਲਕੁਲ। ਉਹਨਾਂ ਨੇ ਕੁਛ ਲਿਆ ਨਹੀਂ, ਦਿੱਤਾ ਹੀ ਆ, ਕੁਰਬਾਨੀ ਦਿੱਤੀ ਆ। ਉਹ ਕੁਰਬਾਨੀ ਦੇ ਕੇ ਉਹਨਾਂ ਨੂੰ ਸੁਖੀ ਕੀਤਾ। ਤੇ ਜੇ ਅਸੀਂ ਆਪਣਾ ਹੱਕ ਮੰਗ ਰਹੇ ਆ ਤਾਂ ਇਹਦੇ ਵਿੱਚ ਕਿਹੜੀ ਆਫਤ ਆ ਗਈ ਆ? ਕਿਹੜਾ ਇਹ ਅਸੀਂ ਜ਼ੁਲਮ ਕਰ ਦਿੱਤਾ ਕਿ ਅਸੀਂ ਆਪਣਾ ਹੱਕ ਵੀ ਨਹੀਂ ਮੰਗ ਸਕਦੇ? ਸੋ ਇਸ ਕਰਕੇ ਜਿਹੜੀ ਮਿਲਟਰੀ ਆ, ਮਿਲਟਰੀ ਦੇ ਵਿੱਚ ਸਿੱਖਾਂ ਦੀ ਕਿੰਨੀ ਸੀਗੀ, ਅੰਗਰੇਜ਼ ਦੇ ਟਾਈਮ ਤੇ ਕਿੰਨੇ ਸੀ। ਫਿਰ ਜਿਸ ਵੇਲੇ ਇੱਥੇ ਰਾਊਂਡ ਟੇਬਲ ਕਾਨਫਰੰਸ ਹੋਈ ਆ, ਬਲਦੇਵ ਸਿੰਘ ਆਇਆ ਤੇ ਨਾਲ ਬਾਕੀ ਦੇ ਜਵਾਹਰ ਲਾਲ ਨਹਿਰੂ ਤੇ ਹੋਰ ਜਨਾਬ ਵੀ, ਰਾਈਟ, ਉਦੋਂ ਵੀ ਇੱਕ ਗੋਰੇ ਇਹ ਕਹਿੰਦੇ ਸੀ ਵੀ ਅਸੀਂ ਕਿੱਦਾਂ ਹੁਣ ਕਹੀਏ, ਅਸੀਂ ਕੀ ਕਰੀਏ, ਅਸੀਂ ਦਾੜੀ ਕੇਸ ਰੱਖ ਲਈਏ, ਅਸੀਂ ਕਿੱਦਾਂ ਕਹਿ ਸਕਦੇ ਹਾਂ? ਜਦ ਬਲਦੇਵ ਸਿੰਘ ਨੂੰ ਇਹਨਾਂ ਨੇ ਇੱਕ ਕਿਸਮ ਦਾ ਖਰੀਦ ਲਿਆ ਕਹਿ ਲਓ, ਜਾਂ ਉਹ ਤੋਂ ਨਲਾਇਕੀ ਹੋ ਗਈ ਜਾਂ ਕੀ ਆ, ਇਹ ਤਾਂ ਹੁਣ ਉਹੋ ਹੀ ਜਾਣਦਾ ਆ। ਪਰ ਜੋ ਦੇਖਣ ਨੂੰ ਆਉਂਦਾ ਆ ਉਹ ਇਹ ਆ ਵੀ ਉਹਨੂੰ ਕੋਈ ਨਾ ਕੋਈ ਲਾਲਚ ਜਾਂ ਕੋਈ ਨਾ ਕੋਈ ਸੀ। ਜਦ ਚਰਚਿਲ ਨੇ ਇਹਨੂੰ ਕਿਹਾ ਸੀ ਵੀ ਤੂੰ ਇੱਥੇ ਥੋੜ੍ਹਾ ਜਿਹਾ ਅਟਕ, ਅਸੀਂ ਤੇਰੇ ਨਾਲ ਮਗਰੋਂ ਗੱਲ ਕਰਦੇ ਹਾਂ, ਤੇ ਉਸ ਬੰਦੇ ਨੇ ਉਸੇ ਵੇਲੇ ਜਾ ਕੇ ਜਵਾਹਰ ਲਾਲ ਨਹਿਰੂ ਨੂੰ ਦੱਸ ਦਿੱਤਾ। ਜਵਾਹਰ ਲਾਲ ਨਹਿਰੂ ਨੇ ਉਹਨੂੰ ਜਹਾਜ਼ ਚੜ੍ਹਾ ਕੇ ਆਪ ਮਗਰੋਂ ਗਿਆ। ਸੋ ਇਹ ਜਿਹੜੀਆਂ ਗੱਲਾਂ ਆ ਇਹ ਸਾਨੂੰ ਅੱਜ ਪਤਾ ਲੱਗ ਰਹੇ ਆ। ਕਿਉਂ ਅੱਜ ਪਤਾ ਲੱਗ ਰਿਹਾ? ਕਿਉਂਕਿ ਸਾਡੇ ਕੋਲ ਉੱਥੇ ਮੀਡੀਆ ਵੀ ਹੈ ਨਹੀਂ ਸੀ। ਹੁਣ ਤੁਹਾਨੂੰ ਪਤਾ ਹੈ ਵੀ ਡਾਕਟਰ ਜਗਜੀਤ ਸਿੰਘ ਚੌਹਾਨ ਸਾਹਿਬ ਜਿਹੜੇ ਕਿ ਕੌਂਸਲ ਆਫ ਖਾਲਿਸਤਾਨ ਦੇ ਪਹਿਲੇ ਪ੍ਰੈਜ਼ੀਡੈਂਟ ਹੋਏ ਆ, ਉਹਨਾਂ ਨੇ ਰੇਡੀਓ ਸਟੇਸ਼ਨ ਲਾਉਣ ਲਈ ਹਰਿਮੰਦਰ ਸਾਹਿਬ ਦੇ ਵਿੱਚ ਅੱਧੇ ਘੰਟੇ ਲਈ ਕਿੰਨੀ ਜਦੋਜਹਿਦ ਕੀਤੀ, ਪਰ ਉਹ ਵੀ ਨਹੀਂ ਸੀ ਦੇ ਰਹੇ। ਪੰਜਾਬੀ ਬੋਲਣ ਨੂੰ, ਪੰਜਾਬੀ ਦੀ ਜਿਹੜੀ ਮਰਦਸ਼ੁਮਾਰੀ ਹੋਈ ਆ, ਉਸ ਵੇਲੇ ਵੀ ਸਾਡੇ ਨਾਲ ਧੋਖਾ ਹੋਇਆ। ਹਿੰਦੀ ਲਿਖਾਈ ਗਈ, ਪੰਜਾਬੀ ਨਹੀਂ ਲਿਖਾਈ ਗਈ। ਸੋ ਇਸ ਕਰਕੇ ਹਰੇਕ ਗੱਲ 'ਤੇ ਸਾਡੇ ਨਾਲ ਧੋਖਾ ਹੋ ਰਿਹਾ। ਉਹ ਕਿਉਂ ਧੋਖਾ ਹੋ ਰਿਹਾ? ਉਹ ਇਹ ਹੀ ਆ ਕਿ ਕਿੰਗ ਮੇਕਰ ਜਿਹੜਾ ਹੈ ਨਾ, ਉਹਨੂੰ ਇਹ ਖ਼ਤਮ ਕਰਨਾ ਚਾਹੁੰਦੇ ਆ। ਅੱਛਾ। ਤੇ ਇਹ ਜਿਹੜੀ ਕਿੰਗ ਮੇਕਿੰਗ ਆ ਇਹ ਸਿੱਖਾਂ ਦੇ ਹੱਕ 'ਚ ਆਈ ਆ। ਸਿੱਖਾਂ ਨੇ ਇਹਨਾਂ ਨੂੰ ਲੈ ਕੇ ਦਿੱਤੀ ਆ। ਇਹਨਾਂ ਨੂੰ ਮੁਗਲਾਂ ਤੋਂ, ਤੁਸੀਂ ਸਾਰੇ ਜਾਣਦੇ ਆ, ਮੁਗਲਾਂ ਤੋਂ ਦੇਖ ਲਓ ਵੀ ਸਿੱਖਾਂ ਨੇ ਰਾਜ ਭਾਗ ਲਿਆ ਜੀ। ਬਿਲਕੁਲ। ਜਿਹੜਾ 10ਵੇਂ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਤੋਰਿਆ ਔਰ ਉਹਦਾ ਰਾਜ ਹੋਇਆ, ਉਹਦੇ ਵਿੱਚ ਸਾਨੂੰ ਜ਼ਮੀਨਾਂ ਨਹੀਂ ਦਿੱਤੀਆਂ। ਸਾਡਾ ਜਿਹੜਾ ਅੱਜ ਜੋ ਕੁਛ ਇਸ ਵੇਲੇ ਹੋ ਰਿਹਾ ਜ਼ਿਮੀਂਦਾਰਾਂ ਦੇ ਨਾਲ, ਕਿਸਾਨਾਂ ਦੇ ਨਾਲ, ਉਹ ਕੀ ਆ? ਉਹਨਾਂ ਦੀਆਂ ਉਹੀ ਜ਼ਮੀਨਾਂ ਖੋਹ ਹੋ ਰਹੀਆਂ ਤੇ ਜਿਹੜੀਆਂ ਉਹ ਸਾਨੂੰ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸੀ। ਤੇ ਅਸੀਂ ਜ਼ਮੀਨਾਂ ਨੂੰ ਆਪਣੀ ਮਾਂ ਸਮਝਦੇ ਹਾਂ। ਜ਼ਿਮੀਂਦਾਰ ਜਿਹੜਾ ਆ ਉਹ ਆਪਣੀ ਮਾਂ ਨੂੰ। ਔਰ ਦੂਸਰੀ ਗੱਲ ਇਹ ਆ ਦਲਜੀਤ ਜੀ, ਜਿਹੜਾ ਵੀ ਅਸੀਂ ਆਏ ਹਾਂ ਅਸੀਂ ਉੱਥੋਂ ਭੁੱਖੇ ਮਰਦੇ ਆਏ ਹਾਂ, ਚਾਹੇ ਕੋਈ ਲਾਈਕ ਕਰੇ ਚਾਹੇ ਨਾ।
ਜੀ ਬਿਲਕੁਲ। ਅਸੀਂ ਭੁੱਖੇ ਮਰਦੇ ਆਏ ਆ, ਸਾਨੂੰ ਉੱਥੋਂ ਬਾਹਰ ਆਉਣ ਦੀ ਲੋੜ ਕੀ ਪਈ? ਕੀ ਲੋੜ ਪੈ ਗਈ? ਇਹੀ ਲੋੜ ਸੀ ਕਿ ਅਸੀਂ ਆਪਣੇ ਆਪ ਨੂੰ ਬੈਟਰਮੈਂਟ ਕਰਨਾ ਸੀ। ਤੇ ਇੱਥੇ ਔਖੇ ਹੋ ਕੇ ਜਵਾਹਰ ਲਾਲ ਨਹਿਰੂ ਉੱਥੋਂ ਬਾਹਰ ਆਉਣ ਨਹੀਂ ਸੀ ਦੇ ਰਿਹਾ। ਉਹ ਕਹਿੰਦਾ ਸੀ ਤੁਸੀਂ ਹਾਂਗਕਾਂਗ ਚਲ ਜਾਓ, ਇੰਡੋਨੇਸ਼ੀਆ ਚਲ ਜਾਓ, ਸਿੰਗਾਪੁਰ ਚਲ ਜਾਓ, ਹੋਰ ਕਿਸੇ ਮਰਜ਼ੀ ਚਲ ਜਾਓ, ਪਰ ਇੰਗਲੈਂਡ ਵੈਸਟਰਨ ਕੰਟਰੀਜ਼ ਨਾ ਜਾਓ। ਠੀਕ ਹੈ। ਲੇਕਿਨ ਇਹਨਾਂ ਦੀ ਔਰ ਸਪੈਸ਼ਲੀ ਜਿਹੜਾ ਦੁਆਬਾ ਆ ਉਹ ਆਇਆ ਪਹਿਲਾਂ, ਦੁਆਬਾ ਆਇਆ ਔਰ ਉਹਨਾਂ ਨੇ ਇੱਥੇ ਹਾਰਡ ਮਿਹਨਤ ਕਰਕੇ ਆਪਣੇ ਆਪ ਨੂੰ ਵੀ ਇਸਟੈਬਲਿਸ਼ ਕੀਤਾ। ਉਹਨਾਂ ਨੇ ਆਪਣੇ ਪਿੱਛੇ ਨੂੰ ਵੀ ਤਕੜਾ ਕੀਤਾ। ਹੁਣ ਜਿੰਨੀਆਂ ਜ਼ਮੀਨਾਂ ਜਾਇਦਾਦਾਂ ਗਹਿਣੇ ਰੱਖ ਕੇ ਹੁਣ ਅੱਜ ਅਸੀਂ ਜ਼ਮੀਨਾਂ ਦੀ ਗੱਲ ਕਰ ਰਹੇ ਹਾਂ, ਉਹ ਸਿਕਿਉਰਿਟੀ ਆ ਸਾਡੀ। ਸੋ ਹੋਤਾ ਸਾਹਿਬ, ਆਪਾਂ ਹਮੇਸ਼ਾ ਭਾਰਤੀ ਹੁਕਮਰਾਨਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਵੱਲੋਂ ਸਾਡੇ ਨਾਲ ਧੋਖਾ ਕੀਤਾ ਗਿਆ, ਜਦ ਕਿ ਅੰਗਰੇਜ਼ਾਂ ਦਾ ਵੀ ਇਹਦੇ ਵਿੱਚ ਬੜਾ ਵੱਡਾ ਰੋਲ ਸੀ। ਸਾਡਾ ਸਿੱਖ ਰਾਜ ਤਬਾਹ ਕਰਨ ਦੇ ਵਿੱਚ, ਉਸ ਤੋਂ ਬਾਅਦ ਵੰਡ ਹੋਣੀ, 3 ਕਿਲੋਮੀਟਰ 'ਤੇ ਸਾਡਾ ਗੁਰਦੁਆਰਾ ਛੱਡ ਦੇਣਾ, ਜਦ ਕਿ ਸਿੱਖ ਦੇਖ ਦੇਖ ਝੂਰਦੇ ਰਹਿਣ ਕਿ ਉਹ ਜਾ ਨਾ ਸਕਣ ਉੱਥੇ। ਸੋ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਛੋਟੇ ਹੁੰਦਿਆਂ ਉਹਨਾਂ ਨੂੰ ਬਾਹਰ ਲੈ ਆਉਣਾ, ਇੱਥੇ ਉਹਨਾਂ ਦਾ ਧਰਮ ਚੇਂਜ ਕਰ ਦੇਣਾ, ਫਿਰ ਉਹਨਾਂ ਨੂੰ ਉੱਥੇ ਵਾਪਸ ਪਹੁੰਚਣ ਨਾ ਦੇਣਾ। ਸੋ ਜਿੱਥੇ ਭਾਰਤੀ ਹੁਕਮਰਾਨਾਂ ਦੀ ਗੱਲ ਕਰਦੇ ਹਾਂ ਤਾਂ ਅੰਗਰੇਜ਼ਾਂ ਦਾ ਇੱਕ ਵੱਡਾ ਰੋਲ ਨਜ਼ਰ ਆਉਂਦਾ ਹੈ। ਆਪਾਂ ਇਹਦੇ ਖਿਲਾਫ ਕੀ ਕਰ ਰਹੇ ਹਾਂ? ਨਹੀਂ ਦੇਖੋ, ਜਿਹੜੀ ਗੱਲ ਹੁੰਦੀ ਹੈ ਨਾ, ਕੋਈ ਵੀ ਚਾਹੇ ਮੁਗਲਾਂ ਦਾ ਰਾਜ ਰਿਹਾ, ਜਿਹੜਾ ਵੀ ਰਾਜ ਤੇ ਬੈਠਾ ਉਹ ਤੁਹਾਡੇ ਨੂੰ ਵਿਤਕਰਾ ਕਰਨਾ ਹੀ ਕਰਨਾ। ਅੱਛਾ, ਰਾਈਟ। ਉਹ ਤੋਂ ਬਾਅਦ ਜਿਹੜੇ ਅੰਗਰੇਜ਼ ਆਏ ਆ, ਅੰਗਰੇਜ਼ਾਂ ਨੇ ਸਾਡੇ ਤੋਂ ਜਿਹੜਾ ਸਿੱਖ ਰਾਜ ਸੀ ਉਹਨੂੰ ਟੇਕ ਓਵਰ ਕੀਤਾ। ਉਹਨਾਂ ਨੇ ਉਹ ਹਥਿਆਰ ਵਰਤੇ ਜਿਹੜੇ ਕਿ ਨਹੀਂ ਵਰਤਣੇ ਚਾਹੀਦੇ ਸੀ, ਪਰ ਜਿਹੜਾ ਜ਼ੁਲਮ ਕਰਨਾ ਆ, ਜਿਹਨੂੰ ਆਉਣਾ ਆ, ਉਹ ਤਾਂ ਆਪਣੇ ਸਾਰੇ ਹਥਿਆਰ ਵਰਤਣੇ ਬਾਕੀ ਇਹ ਆ ਕਿ ਸਾਡੇ ਜਰਨੈਲਾਂ ਨੇ ਉਸ ਵੇਲੇ ਉਹਨਾਂ ਦਾ ਜਿੰਨਾ ਕੁ ਟਾਕਰਾ ਕਰ ਸਕਦੇ ਕੀਤਾ ਵੀ। ਰਾਈਟ। ਜਿਹੜੇ ਬੇਈਮਾਨ ਡੋਗਰੇ ਜਿਨ੍ਹਾਂ ਨੇ ਸਾਡੀ ਬੇੜੀਆਂ 'ਚ ਬੱਟੇ ਪਾਏ ਆ, ਉਹ ਵੀ ਸਾਹਮਣੇ ਆ। ਜਿਨ੍ਹਾਂ ਦਾ ਰਾਜ ਸੀ ਉਹਨਾਂ ਨੂੰ ਮਾਰ ਦਿੱਤਾ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਸਾਰਾ ਸਭ ਕੁਝ ਕਰ ਦਿੱਤਾ। ਸੋ ਮੋੜ ਕੇ ਗੱਲ ਇਹ ਆ ਵੀ ਅੰਗਰੇਜ਼ ਨੇ ਤਾਂ ਜੋ ਕੁਛ ਕਰਨਾ ਸੀ ਕਰ ਦਿੱਤਾ। ਰਾਈਟ। ਉਹਨੂੰ ਤਾਂ ਅਸੀਂ ਉਹਨਾਂ ਨੂੰ ਕੱਢ ਵੀ ਦਿੱਤਾ। ਹੁਣ ਗੱਲ ਇਹ ਆ ਕਿ ਹੁਣ ਜਿਹੜਾ ਸਾਡੇ 'ਤੇ ਰਾਜ ਕਰਦਾ, ਇਟਸ ਨਾਟ ਕਿ ਅਸੀਂ ਕੱਲ੍ਹ ਬਾਰੇ ਕੀ ਕਰਦੇ ਹਾਂ, ਅਸੀਂ ਪਰਸੋਂ ਬਾਰੇ ਕੀ ਕਰਦੇ ਹਾਂ। ਗੱਲ ਇਹ ਆ ਕਿ ਅੱਜ ਅਸੀਂ ਕੀ ਕਰਦੇ ਹਾਂ। ਅੱਜ ਦੇ ਮੌਕੇ ਦੇ ਮੁਤਾਬਕ ਤੁਹਾਡੇ ਨਾਲ ਅੱਜ ਜ਼ੁਲਮ ਹੋ ਰਿਹਾ, ਅੱਜ ਤੁਸੀਂ ਉਹਦੇ ਬਾਰੇ ਕੀ ਕਹਿੰਦੇ ਆ। ਜਿਹੜਾ ਸਾਡਾ ਸਾਰਾ ਸਿਧਾਂਤ ਆ ਉਹ ਇਹ ਆ ਕਿ ਅਸੀਂ ਹੁਣ ਲਿਵਿੰਗ, ਆਪਾਂ ਕੱਲ੍ਹ ਦੀ ਗੱਲ ਨਹੀਂ, ਸਾਨੂੰ ਕੱਲ੍ਹ ਦਾ ਪਤਾ ਹੀ ਨਹੀਂ ਵੀ ਸਵੇਰ ਨੂੰ ਦਿਨ ਚੜ੍ਹਨਾ ਕਿ ਅਸੀਂ ਹੋਣਾ ਜਾਂ ਨਹੀਂ ਹੋਣਾ, ਲੇਕਿਨ ਅੱਜ ਤਾਂ ਹੈ ਨਾ। ਬਿਲਕੁਲ। ਯੂ ਸ਼ੁੱਡ ਲਿਵ ਫॉर ਟੂਡੇ। ਐਂਡ ਅੱਜ ਜਿਹੜੀ ਆ ਉਹ ਇਹ ਆ ਕਿ ਹਿੰਦੁਸਤਾਨ ਦੀ ਸਰਕਾਰ ਸਾਡੇ 'ਤੇ ਜ਼ੁਲਮ ਕਰ ਰਹੀ ਆ ਅਤੇ ਅਸੀਂ ਉਹਦਾ ਡਟ ਕੇ ਟਾਕਰਾ ਕਰਨਾ ਅਤੇ ਆਪਣੇ ਹੱਕਾਂ ਲਈ, ਹੱਕ ਮੰਗਿਆ ਨਹੀਂ ਮਿਲਦੇ ਹੁੰਦੇ, ਹੱਕ ਲੈਣੇ ਹੀ ਪੈਂਦੇ ਆ। ਹੱਕ ਲੈਣੇ ਕਿੱਦਾਂ ਆ? ਉਹ ਮੌਕੇ ਦੇ ਨਾਲ, ਕਿਉਂਕਿ ਜੇ ਅਸੀਂ ਪਿੱਛੇ ਨੂੰ ਦੇਖੀਏ ਅਤੇ ਗੁਰੂ ਸਾਹਿਬਾਂ ਦੇ ਟਾਈਮ 'ਤੇ ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਆ ਕੇ ਜ਼ਾਲਮ ਨੂੰ ਬਾਬਰ ਨੂੰ ਜ਼ਾਲਮ ਕਿਹਾ, ਉਹ ਵੀ ਇੱਕ ਹਿੰਮਤ ਸੀ। ਜਿਸ ਵੇਲੇ ਉਹਨਾਂ ਨੇ ਜਨੇਊ ਪਾਉਣ ਨੂੰ ਰੋਕਿਆ, ਉਹ ਵੀ ਅਣਖ ਸੀ। ਸੋ ਇਸ ਕਰਕੇ ਉਸ ਤਰੀਕੇ ਦੇ ਨਾਲ ਉਸ ਵੇਲੇ ਉਹ ਹਥਿਆਰ ਸੀ। ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਜਿਹੜਾ, ਉਹਨਾਂ ਨੇ ਜਿਸ ਤਰੀਕੇ ਦੇ ਨਾਲ 4 ਲੜਾਈਆਂ ਲੜੀਆਂ ਔਰ ਜਿੱਤੇ। ਫਿਰ ਉਸ ਤੋਂ ਬਾਅਦ ਫਿਰ ਜਿਹੜੀ ਗੱਲ ਆ ਸ਼ਹਾਦਤ ਵੀ, ਜਾਣੀ ਸਭ ਕੁਛ 10ਵੇਂ ਪਾਤਸ਼ਾਹ ਨੇ ਪੰਡਤਾਂ ਨੂੰ, ਜਿਸ ਵੇਲੇ 9ਵੀਂ ਪਾਤਸ਼ਾਹੀ ਕੋ ਪੰਡਤ ਆਏ ਆ, ਕਸ਼ਮੀਰੀ ਪੰਡਤ, ਉਹਨਾਂ ਨੇ ਕੀ ਮੰਗਿਆ ਸੀ ਔਰ ਉਹਨਾਂ ਨੇ ਕੀ ਕਿਹਾ ਸੀ ਕਿ ਤੁਸੀਂ ਜਾ ਕੇ ਕਹਿ ਦਿਓ ਕਿ ਜੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਹੈ ਨਾ ਮੁਸਲਮਾਨ ਬਣਾ ਲਓ ਅਤੇ ਸਾਰੇ ਅਸੀਂ ਮੁਸਲਮਾਨ ਬਣ ਜਾਵਾਂਗੇ। ਲੇਕਿਨ ਗੁਰੂ ਤੇਗ ਬਹਾਦਰ ਨੇ ਆਪਣੇ ਲਈ ਤਾਂ ਕੁਛ ਨਹੀਂ ਮੰਗਿਆ, ਉਹਨਾਂ ਨੇ ਹਿਊਮੈਨਿਟੀ ਲਈ। ਅਸੀਂ ਅੱਜ ਉਹਨਾਂ ਦਾ ਨਾਂ ਛੋਟਾ ਕਰ ਦਿੰਦੇ ਹਾਂ, ਜਿਸ ਵੇਲੇ ਹਿੰਦ ਦੀ ਚਾਦਰ ਕਹਿੰਦੇ ਹਾਂ। ਇਹ ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਹੈ ਨਹੀਂ ਕਿ ਜਿਹੜਾ ਗੁਰੂ ਤੇਗ ਬਹਾਦਰ ਸਾਰੀ ਦੁਨੀਆ ਦੇ ਵਿੱਚ ਹਿਊਮੈਨਿਟੀ ਲਈ ਕੰਮ ਕੀਤਾ।
ਸਾਡੇ ਗੁਰੂ ਜਿੰਨੇ ਵੀ ਹੋਏ ਆ ਉਹਨਾਂ ਨੇ ਇੱਕ ਪੱਖਪਾਤ ਇੱਕ ਸਿੱਖਾਂ ਜਾਂ ਮੁਸਲਮਾਨਾਂ ਜਾਂ ਹਿੰਦੂਆਂ ਜਾਂ ਕ੍ਰਿਸਚੀਅਨ ਜਾਂ ਹੋਰ ਕਿਸੇ ਲਈ ਨਹੀਂ ਕੀਤਾ, ਉਹਨਾਂ ਨੇ ਹਿਊਮੈਨਿਟੀ ਲਈ ਕੀਤਾ। ਇਹ ਇੱਕ ਬਹੁਤ ਵੱਡੀ ਗੱਲ ਵਾ ਤੇ ਅਸੀਂ ਇਸ ਗੱਲ ਨੂੰ ਸਮਝਣ ਦੀ ਵੀ ਲੋੜ ਵਾ ਤੇ ਸਾਨੂੰ ਸਾਰਿਆਂ ਦੇ ਨਾਲ ਉਹਨੂੰ ਸ਼ੇਅਰ ਕਰਨ ਦੀ ਵੀ ਲੋੜ ਵਾ, ਦੱਸਣ ਦੀ ਵੀ ਲੋੜ ਵਾ। ਇੱਕ ਬਹੁਤ ਵੱਡੀ ਸਾਡੇ ਇਹਨਾਂ ਟਾਈਮਾਂ ਦੇ ਵਿੱਚ, ਕਿਉਂਕਿ ਪਹਿਲਾਂ ਤਾਂ 1984 ਦੇ ਵਿੱਚ ਕੋਈ ਮੀਡੀਆ ਨਹੀਂ ਸੀ, ਕੋਈ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਵੀ ਕੀ ਹੋ ਰਿਹਾ ਕੀ ਹੈਗਾ, ਤੇ ਫਿਰ ਕਿੰਨੇ ਸਾਲ ਕੋਈ ਵੀ ਸਹੀ ਇਨਫੋਰਮੇਸ਼ਨ ਨਹੀਂ ਮਿਲਦੀ। ਹੁਣ ਤੂੰ ਸਾਡੇ ਸਾਹਮਣੇ ਆ ਕਿ ਸੰਤ ਜਰਨੈਲ ਸਿੰਘ ਨੂੰ 22-23 ਸਾਲ ਤਾਂ ਇਹੀ ਕਹਿੰਦੇ ਰਹੇ ਉਹ ਜੀਂਦਾ ਜੀਂਦਾ ਜੀਂਦਾ। ਕੁਛ ਕੁ ਲੀਡਰ ਤਾਂ ਹੁਣ ਵੀ ਕਹੀ ਜਾਂਦੇ ਆ। ਬਿਲਕੁਲ, ਗੱਲ ਤਾਂ ਇਹ ਆ ਵੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸੰਤ ਤਾਂ 6 ਤਰੀਕ ਨੂੰ ਸ਼ਹੀਦ ਹੋ ਗਏ। ਉਹਨਾਂ ਦੀ ਸ਼ਹਾਦਤ ਨੂੰ ਰੋਲਣ ਲਈ ਇਹ ਢੌਂਗ ਰਚਾਏ ਗਏ, ਪੁਲਿਸ ਵੀ ਭੇਜੀ ਗਈ ਪਿੰਡਾਂ ਦੇ ਵਿੱਚ, ਉਹ ਜੀ ਪਾਕਿਸਤਾਨ ਚੱਲ ਗਏ, ਉਹ ਜੀ ਫਲਾਣਾ ਤੈਂ ਉਹ ਹੋ ਗਿਆ, ਉਹ ਜੀ ਉਹ ਹੋ ਗਿਆ। ਗੱਲ ਕੱਖ ਵੀ ਨਹੀਂ ਸੀ, ਉਹਨਾਂ ਦੀ ਸ਼ਹਾਦਤ ਨੂੰ ਰੋਲ ਕੇ ਤਾਂ ਕਿ ਜਿਹੜਾ ਉਹਨਾਂ ਦੇ ਉਸ ਵੇਲੇ ਉਹਨਾਂ ਦੇ ਥੈਂ ਕੋਈ ਆਉਣਾ ਸੀ ਲੀਡਰ, ਉਹ ਨਾ ਆ ਸਕੇ। ਆਮ ਤੌਰ 'ਤੇ ਆਪਾਂ ਇਹ ਦੇਖਦੇ ਹਾਂ ਵੀ 47 ਦੀ ਆਪਾਂ ਗੱਲ ਕਰ ਲਈ ਹੈ, ਅੰਗਰੇਜ਼ਾਂ ਦੀ ਵੀ ਗੱਲ ਕਰ ਲਈ ਹੈ, ਤੁਸੀਂ ਮੁਗਲਾਂ ਦੀ ਵੀ ਉਦਾਹਰਨ ਦੇ ਦਿੱਤੀ ਆ। ਭਈ ਸਿੱਖਾਂ ਦਾ ਤਾਂ ਹਮੇਸ਼ਾ ਆਪਾਂ ਕਹਿ ਲਈਏ ਵੀ ਵੈਰ ਜਿਹੜਾ ਹਕੂਮਤ ਦੇ ਨਾਲ ਹੀ ਰਿਹਾ, ਉਹ ਚਾਹੇ ਮੁਗਲ ਆ ਗਏ, ਉਸ ਤੋਂ ਬਾਅਦ ਅੰਗਰੇਜ਼ ਆ ਗਏ, ਜਾਂ ਫਿਰ ਅੱਜ ਹਿੰਦੂ ਹੁਕਮਰਾਨ ਬੈਠਾ ਹੋਇਆ, ਸੋ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਵਿਰੋਧ 47 ਤੋਂ ਲੈ ਕੇ ਆਪਾਂ ਕਹੀਏ ਵੀ ਕੁਛ ਕੁ ਸਾਲ ਪਿੱਛੇ ਵੀ ਲਾ ਲਈਏ 1900 ਤਕਰੀਬਨ 20 ਦੇ ਕਰੀਬ ਆਪਾਂ ਕਹਿ ਲਈਏ ਵੀ ਸਾਡਾ ਵੈਰ ਸ਼ੁਰੂ ਹੋ ਗਿਆ ਸੀਗਾ। ਸੋ ਜਿੱਥੇ ਸਮੇਂ ਦੇ ਉੱਤੇ ਸਾਨੂੰ ਲੀਡਰ ਚਾਹੀਦੇ ਸੀ ਜਿਹੜੇ ਸਾਡੇ ਸੁਹਿਰਦ ਹੁੰਦੇ, ਜਿਹੜੇ ਸਾਡੇ ਪਹਿਲਾਂ ਹੀ ਕੌਮ ਦਾ ਜਿਹੜਾ ਭਲਾ ਸੋਚਦੇ। ਆਮ ਤੌਰ 'ਤੇ ਆਪਾਂ ਕਹਿ ਦਿੰਦੇ ਹਾਂ ਵੀ 47 ਵੇਲੇ ਜਨਾਹ ਹੋਰੀ ਜਿਹੜਾ ਹੈਗਾ ਸਿਆਣਪ ਕਰ ਗਏ, ਸਾਡੇ ਲੀਡਰ ਜਿਹੜੇ ਆ ਉਹ ਗਲਤ ਕਰ ਗਏ। ਪਰ ਉਸ ਤੋਂ ਬਾਅਦ 1955 ਆ ਜਾਂਦਾ ਹੈ, 1955 'ਚ ਪੰਜਾਬੀ ਸੂਬਾ ਮੋਰਚਾ, ਅਤੇ ਫਿਰ ਅਗਲੀ ਜਿਹੜੀ ਗੱਲ ਆਉਂਦੀ ਹੈ 1978 ਦੀ। ਆਪਾਂ 47 ਤੋਂ ਕੁਛ ਨਹੀਂ ਸਿੱਖਿਆ, ਸਾਡੇ ਲੀਡਰਾਂ ਨੇ 84 ਦੇ ਵਿੱਚ ਜਾ ਕੇ ਵੀ ਸਾਡੇ ਨਾਲ ਧੋਖਾ ਕੀਤਾ। ਕੀ ਭਵਿੱਖ ਦੇ ਵਿੱਚ ਜਾਂ ਫਿਰ ਅੱਜ ਮੌਜੂਦਾ ਸਮੇਂ 'ਚ ਆਪਾਂ ਦੇਖ ਲੈਂਦੇ ਹਾਂ ਬਹੁਤ ਸਾਰੇ ਲੀਡਰ ਨੇ ਜਿਹੜੇ ਧੋਖਾ ਕਰਦੇ ਨੇ। ਜੇ ਇੱਕ ਦੀ ਨਾਮ ਲੈਣ ਲੱਗੀਏ ਤਾਂ ਗੱਲ ਦੂਰ ਚਲੇ ਜਾਣੀ ਆ। ਬੜੇ ਲੀਡਰ ਨੇ ਜਿਹੜੇ ਸਿਰਫ ਰੋਟੀਆਂ ਸੇਕਦੇ ਨਾਮ 'ਤੇ। ਜੇ ਵਿਦੇਸ਼ਾਂ ਦੀ ਧਰਤੀ 'ਤੇ ਗੱਲ ਕਰੀਏ ਤਾਂ ਮਾਇਆ ਇਕੱਠੀ ਕੀਤੀ ਜਾਂਦੀ ਹੈ ਸਿਰਫ ਸਿੱਖੀ ਦੇ ਨਾਂ 'ਤੇ, ਇਮੋਸ਼ਨਲ ਕਰਕੇ ਬੜਾ ਕੁਛ ਹੁੰਦਾ। ਸੋ ਆਪਾਂ ਦੇਖਦੇ ਹਾਂ ਵੀ ਆਮ ਜਿਹੜੀ ਸਿੱਖ ਸੰਗਤ ਹੈ ਉਹ ਤਾਂ ਹਮੇਸ਼ਾ ਤਿਆਰ ਹੋ ਜਾਂਦੀ ਹੈ, ਪਰ ਧੋਖੇ ਤੇ ਧੋਖਾ ਨਿੱਤ ਦਿਨ ਮਿਲਦਾ ਹੈ। ਅਸੀਂ ਤਾਂ ਅਟੈਕ ਵੀ ਕਰਵਾ ਲਿਆ, ਉਸ ਤੋਂ ਬਾਅਦ ਵੀ ਕੁਛ ਨਹੀਂ ਸਕੇ ਜੀ। ਇਹ ਜਿਹੜੀ ਗੱਲ ਵਾ ਨਾ, ਇਹ ਛੋਟੀ ਨਹੀਂ ਹੈ, ਕੌਮਾਂ ਦਾ ਕੰਮ ਵਾ। ਆਪਾਂ ਇੱਕ ਦੁਕਾਨ ਪਾਉਣੀ ਹੋਵੇ ਨਾ ਤਾਂ ਉਹਨੂੰ ਕਿੰਨਾ ਚਿਰ ਲੱਗਦਾ। ਜਿਹੜੀ ਧੋਖਾ ਅਸੀਂ 1947 ਦੇ ਵਿੱਚ, ਉਹ ਛੋਟਾ ਧੋਖਾ ਨਹੀਂ ਸੀ। ਉਹ ਸਿਧਾਂਤਕ ਕਈ ਸਾਲਾਂ ਲਈ, ਸਦੀਆਂ ਲਈ ਅਸੀਂ ਗੁਲਾਮ ਹੋਏ ਆ, ਔਰ ਅਸੀਂ ਸਮਝਦੇ ਸੀ ਵੀ ਅਸੀਂ ਆਜ਼ਾਦ ਹੋਏ ਹਾਂ, ਪਰ ਆਜ਼ਾਦ ਨਹੀਂ ਹੋਏ, ਗੁਲਾਮ ਹੋਏ। ਦੂਸਰੀ ਗੱਲ ਇਹ ਆ ਕਿ ਜਿਹੜਾ ਉੱਥੇ ਦਾ ਸਟਰਕਚਰ ਵਾ, ਉਹ ਜਿਹੜਾ ਆ ਉਹ ਸਾਰੇ ਦਾ ਸਾਰਾ, ਚਾਹੇ ਕੋਈ ਚੰਗੇ ਤੋਂ ਚੰਗਾ ਬੰਦਾ ਵੀ ਉੱਥੇ ਆ ਜਾਵੇ, ਉਹਨੂੰ ਉਹਨਾਂ ਨੇ ਚੱਲਣ ਨਹੀਂ ਦੇਣਾ। ਕਿਉਂ ਨਹੀਂ ਚੱਲਣ ਦੇਣਾ? ਕਿ ਜਿਹੜਾ ਸਾਰਾ ਸਟਰਕਚਰ ਵਾ, ਇਨਫਰਾਸਟਰਕਚਰ, ਅਤੇ ਜਿਹੜਾ ਆਹ ਆਪਣੇ ਐਡਮਿਨਿਸਟ੍ਰੇਸ਼ਨ ਜੀ, ਇਹ ਸਾਰਾ ਐਡਮਿਨਿਸਟ੍ਰੇਸ਼ਨ ਜਿਹੜਾ ਆ ਇਹ ਗਲਿਆ ਆ। ਆਮ ਸੌਰੀ ਟੂ ਸੇ, ਲੇਕਿਨ ਐਡਮਿਨਿਸਟ੍ਰੇਸ਼ਨ, ਜੁਡੀਸ਼ਰੀ, ਮੈਨੂੰ ਇੱਕ ਵੀ ਕੋਈ ਉੱਥੇ ਦਾ ਸਿਸਟਮ ਤੁਸੀਂ ਦੱਸ ਦਿਓ ਵੀ ਜਿਹੜਾ ਇਮਾਨਦਾਰੀ ਦੇ ਨਾਲ ਚੱਲਦਾ। ਹੁਣ ਆਪਾਂ ਵੋਟਾਂ ਪਾਉਂਦੇ ਹਾਂ, ਇਹ ਗੱਲ ਸਹੀ ਆ ਕਿ ਵੋਟਾਂ ਦੇ ਨਾਲ ਹੀ ਸਾਨੂੰ ਇਹ ਸਭ ਕੁਛ ਮਿਲਣਾ, ਕਿਉਂਕਿ ਇਸ ਵੇਲੇ ਦੁਨੀਆ ਦੇ ਵਿੱਚ ਇੱਕੋ ਇੱਕ ਚੀਜ਼ ਵਾ, ਉਹ ਹੈਗਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਹੱਕ। ਜਿਹੜਾ ਜੇ ਪੰਜਾਬ ਦੇ ਲੋਕ ਨਹੀਂ ਚਾਹੁੰਦੇ, ਅਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਈਏ, ਕੋਈ ਗੱਲ ਨਹੀਂ ਬਣਨੀ। ਗੱਲ ਉਦੋਂ ਬਣਨੀ ਆ ਜਿਸ ਵੇਲੇ ਪੰਜਾਬ ਦੇ ਲੋਕਾਂ ਨੇ ਉੱਠ ਕੇ, ਰਾਈਟ, ਜਿਸ ਤਰੀਕੇ ਦੇ ਨਾਲ ਉਹ MPs ਬਣਾਉਂਦੇ ਆ, MLA ਬਣਾਉਂਦੇ ਆ, ਉਹ ਜਿਹੜਾ ਸਾਰਾ ਸਿਸਟਮ ਆ, ਫਿਰ ਉਸ ਹਿਸਾਬ ਦੇ ਨਾਲ ਚੱਲਣਾ। ਲੇਕਿਨ ਉਹ ਵੀ
ਜਿਹੜਾ ਇਸ ਵੇਲੇ ਸਿਸਟਮ ਚੱਲ ਰਿਹਾ ਉਸ ਨੂੰ ਤੁਹਾਨੂੰ ਖਤਮ ਕਰਨਾ ਪੈਣਾ ਤੇ ਔਰ ਨਵਾਂ ਸਿਸਟਮ ਜਿਹੜਾ ਆ ਉਹ ਆਉਣਾ ਆ। ਤੇ ਸਾਡੇ ਗੁਰੂ ਸਾਹਿਬਾਨ ਨੇ ਪੰਜ ਪਿਆਰਿਆਂ ਦਾ ਸਿਸਟਮ ਸਾਨੂੰ ਦਿੱਤਾ ਸੀ। ਸਾਡੇ ਗੁਰੂ ਸਾਹਿਬਾਨ ਨੇ ਇਸੇ ਕਰਕੇ ਪੰਜ ਪਿਆਰਿਆਂ ਦਾ ਸਿਸਟਮ ਦਿੱਤਾ ਸੀ ਕਿ ਇੱਕ ਬੰਦਾ ਡਿਕਟੇਟਰ ਨਾ ਬਣ ਜਾਵੇ। ਜਿਹੜਾ ਕਿ ਅੱਜ ਤੁਹਾਡੇ ਸਾਹਮਣੇ ਆ ਮੋਦੀ ਇੱਕ ਡਿਕਟੇਟਰ ਬਣ ਕੇ ਬੈਠਾ, ਉਹ ਹਿਟਲਰ ਨਾਲੋਂ ਘੱਟ ਵਾ, ਅੱਬਲ ਤਾਂ 2 ਕਦਮ ਗਾਹਾਂ ਆ। ਸੋ ਇਸ ਕਰਕੇ ਇਹ ਠੀਕ ਵਾ ਭਈ ਸਾਡੇ ਵਿੱਚ ਗਲਤ ਬੰਦੇ ਵੀ ਆਉਂਦੇ ਆ, ਸਭ ਕੁਛ ਵਾ, ਲੇਕਿਨ ਜਿੰਨਾ ਚਿਰ ਅਸੀਂ ਕਿਸੇ ਦੇ ਨਾਲ ਡਿਸਕਸ਼ਨ ਨਹੀਂ ਕਰਦੇ, ਅਸੀਂ ਕਿਸੇ ਨੂੰ ਫੋਰਸ ਕਰਕੇ ਨਹੀਂ ਕਰਨਾ। ਦਿਸ ਇਜ਼ ਦ ਬਿਗੇਸਟ ਡਿਫਰੈਂਸ ਬਿਟਵੀਨ ਆਲ ਅਦਰਸ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਤਾਕਤ ਦੇ ਨਾਲ ਰਾਜ ਕੀਤਾ, ਲੇਕਿਨ ਉਹ ਮੁੜ ਕੇ ਕਿਸੇ ਬੰਦੇ ਨੂੰ ਫਾਂਸੀ ਨਹੀਂ ਦਿੱਤੀ, ਕਿਸੇ ਨੂੰ ਜਾਣੀ ਉਹਨੇ ਭੁੱਖਾ ਨਹੀਂ ਰਹਿਣ ਦਿੱਤਾ। ਸੋ ਇਸ ਕਰਕੇ ਇਹ ਜਿਹੜਾ ਸਿਸਟਮ ਆ ਉਹ ਹੁਣ ਕਈ ਵਾਰੀ ਲੋਕੀ ਕਹਿ ਦਿੰਦੇ ਜੀ ਖਾਲਿਸਤਾਨ ਤੁਹਾਡਾ ਵੀ ਇੱਦਾਂ ਦਾ ਹੀ ਹੋਊਗਾ। ਜੇ ਉੱਦਾਂ ਇੱਦਾਂ ਦਾ ਹੀ ਹੋਣਾ ਤਾਂ ਫਿਰ ਉਹ ਲੈਣ ਦਾ ਫਾਇਦਾ ਕੋਈ ਨਹੀਂ। ਜੀ ਜੀ, ਆਮ ਤੌਰ 'ਤੇ ਇਹ ਗੱਲਾਂ ਹੁੰਦੀਆਂ ਸੋਹਤਾ ਸਾਹਿਬ ਕਿ ਜਦੋਂ ਕਿਤੇ ਇਹੋ ਜਿਹਾ ਸਿੱਖ ਰਾਜ ਵੀ ਜਦੋਂ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਦੇਖੀਏ ਤਾਂ ਸੋਸ਼ਲ ਮੀਡੀਆ 'ਤੇ ਆਮ ਗੱਲਾਂ ਹੁੰਦੀਆਂ ਰਹਿੰਦੀਆਂ ਵੀ ਜੇਕਰ ਸਿੱਖ ਰਾਜ ਵੀ ਬਣ ਗਿਆ ਤਾਂ ਉੱਥੇ ਤਾਲੀਬਾਨੀ ਸੋਚ ਜਿਹੜੀ ਹੈ ਉੱਥੇ ਆਮ ਲੋਕਾਂ ਦਾ ਰਹਿਣਾ ਜਿਹੜਾ ਹੈਗਾ ਦੁੱਬਰ ਹੋ ਜਾਊਗਾ। ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਹੈ ਉਹ ਇਸ ਚੀਜ਼ ਤੋਂ ਕਹਿੰਦੇ ਆ ਵੀ ਆਪਾਂ ਭਾਰਤ ਦੇ ਵਿੱਚ ਹੀ ਠੀਕ ਆ, ਚਾਹੇ ਸਾਨੂੰ ਜਿੱਦਾਂ ਮਰਜ਼ੀ ਹੈਗਾ। ਦਲਜੀਤ ਜੀ, ਭਾਰਤ ਜਿਹੜਾ ਆ ਉਹ ਬੁੱਕਲ 'ਚ ਲੈ ਕੇ ਡਿਕਟੇਟਰਸ਼ਿਪ ਕਰ ਰਹੀ ਆ। ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਹਾਂ ਐਕਸਟ੍ਰੀਮਿਸਟ ਆਈਦਰ ਵੇ ਇਜ਼ ਨਾਟ ਗੁੱਡ, ਰਾਈਟ। ਐਕਸਟ੍ਰੀਮ ਤੋਂ ਸਾਨੂੰ ਗੁਰੂ ਸਾਹਿਬਾਨ ਨੇ ਚੱਕਿਆ। ਹੁਣ ਤੁਸੀਂ ਦੇਖ ਲਓ ਭਈ ਔਰਤ ਨੂੰ ਅਖਤਿਆਰ ਇਕੁਅਲ ਨਹੀਂ ਦਿੱਤੇ, ਸੋ ਕਿਉਂ ਬੰਦਾ ਆਖੇ ਜਿਤਨੇ ਰਜਾਨ। ਉਹਨਾਂ ਨੇ ਲੰਗਰ ਦਾ ਜਿਹੜਾ ਆ ਉਹ ਵਿਤਕਰਾ ਕੀਤਾ, ਦਵਾਈ ਦਾ ਵਿਤਕਰਾ ਕੀਤਾ, ਐਜੂਕੇਸ਼ਨ ਦਾ ਵਿਤਕਰਾ ਕੀਤਾ। ਹੁਣ ਗੱਲ ਇਹ ਆ, ਹੁਣ ਤਾਂ ਐਜੂਕੇਸ਼ਨ 'ਚ ਵੀ ਵਿਤਕਰਾ ਹੋ ਰਿਹਾ, ਹੌਸਪੀਟਲਾਂ 'ਚ ਵੀ ਵਿਤਕਰਾ ਹੋ ਰਿਹਾ। ਤੁਹਾਡੇ ਨਾਲ ਕਿਹੜੀ ਜਗ੍ਹਾ ਆ ਜਿੱਥੇ ਵਿਤਕਰਾ ਨਹੀਂ ਹੋ ਰਿਹਾ? ਮੈਨੂੰ ਤੁਸੀਂ ਦੱਸ ਸਕਦੇ ਆ? ਸੋ ਇਸ ਕਰਕੇ ਗੱਲ ਮੋੜ ਕਰਕੇ ਉੱਥੇ ਆ। ਹੁਣ ਮੈਂ ਤਾਂ ਕਈ ਵਾਰੀ ਇਹ ਕਹਿਣਾ ਹੁੰਦਾ ਵੀ ਪਰਮਾਤਮਾ ਤੇਰਾ ਸ਼ੁਕਰ ਵਾ ਕਿ ਜਿਨ ਸਾਨੂੰ ਉਸ ਗੰਦ 'ਚੋਂ ਕੱਢ ਕੇ ਇਸ ਜਗ੍ਹਾ 'ਤੇ ਲਿਆ ਕੇ ਸਿੱਟਿਆ ਜਿਹੜਾ ਇਸ ਵੇਲੇ ਸਵਰਗ ਆ। ਹੁਣ ਤੁਸੀਂ ਦੇਖੋ ਤਾਂ ਸਹੀ, ਇੰਗਲੈਂਡ ਦੇ ਵਿੱਚ ਘਰ ਬੈਠਿਆਂ ਨੂੰ 80% ਵੇਜਿਸ ਮਿਲਦੀਆਂ ਕਿ ਨਹੀਂ ਮਿਲਦੀਆਂ? ਜੀ ਬਿਲਕੁਲ। ਇਹਨਾਂ ਨੇ ਦਵਾਈ 'ਤੇ ਕਿਸੇ ਨੂੰ ਚਾਰਜ ਕੀਤਾ ਕਿ ਨਹੀਂ ਕੀਤਾ? ਹਿੰਦੁਸਤਾਨ ਦੇ ਵਿੱਚ 1400-1600 ਰੁਪਈਏ ਨੂੰ ਇਸ ਵੇਲੇ ਟੀਕਾ, ਜਿਹੜਾ 400 ਰੁਪਈਏ ਨੂੰ ਉਹਨਾਂ ਨੂੰ ਖਰੀਦਿਆ। ਕਿੱਥੇ ਇਨਸਾਫੀਅਤ ਆ? ਗੇੜ ਚੱਲਦਾ ਜੀ ਵੋਟਾਂ ਦਾ 5 ਸਾਲ ਵਾਸਤੇ। ਜਿਹੜੀਆਂ ਰਵਾਇਤੀ ਪਾਰਟੀਆਂ ਸਾਡੀਆਂ ਹੈਗੀਆਂ ਤਕਰੀਬਨ 73 ਸਾਲ ਤੋਂ, ਜਦੋਂ ਕਹਿੰਦੇ ਵੀ ਆਜ਼ਾਦ ਹੋਇਆ ਮੁਲਕ, ਉਸ ਤੋਂ ਬਾਅਦ ਇਹੀ ਗੇੜ ਚੱਲਦਾ ਪਿਆ। ਜੇ BJP ਆਉਂਦੀ ਹੈ ਤਾਂ ਉਹ ਕਹਿੰਦੀ ਹੈ ਵੋਟਾਂ ਤੋਂ ਪਹਿਲਾਂ ਇੱਕ ਪ੍ਰਚਾਰ ਜਿਹੜਾ ਹੁੰਦਾ ਆਮ ਤੌਰ 'ਤੇ ਵੀ ਸਾਡੀ ਸਰਕਾਰ ਆ ਗਈ ਤਾਂ ਅਸੀਂ ਆਹ ਕਰ ਦਿਆਂਗੇ। ਅਸੀਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੋਂ ਤੱਕ ਲੀਡਰ ਕਹਿ ਦਿੰਦੇ ਵੀ ਕੋਈ ਕਹਿੰਦਾ ਕੈਲੀਫੋਰਨੀਆ ਬਣਾ ਦਿਆਂਗੇ, ਕੋਈ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਣਾ ਦਿਆਂਗੇ। ਹਰ 5 ਸਾਲ ਬਾਅਦ, ਬਿਲਕੁਲ ਹਰ 5 ਸਾਲ ਬਾਅਦ ਇਹ ਸਾਰਾ ਕੁਝ ਕਹਿ ਕੇ ਤੇ ਉਸੇ ਤਰ੍ਹਾਂ ਸਰਕਾਰ ਜਾਂ ਕਹਿ ਲਈਏ ਵੋਟਾਂ ਦਾ ਫਿਰ ਸਮਾਂ ਆ ਜਾਂਦਾ, ਫਿਰ ਨਵੀਂ ਸਰਕਾਰ, ਨਵੇਂ ਲਾਰੇ, ਨਵੇਂ ਵਾਅਦੇ ਸ਼ੁਰੂ ਹੋ ਜਾਂਦੇ ਆ। ਫਿਰ ਉਸ ਤੋਂ ਬਾਅਦ ਲੋਕ ਉਹਨਾਂ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਨੇ, ਅਖੀਰ ਫਿਰ ਵੋਟਾਂ ਆ ਜਾਂਦੀਆਂ ਤੇ ਫਿਰ ਨਵੀਂ ਸਰਕਾਰ ਬਣਾ ਦਿੱਤੀ ਜਾਂਦੀ ਹੈ। ਜੀ ਇਹ ਜਿਹੜੀ ਆਹ ਹੀ ਗੱਲ ਵਾ ਨਾ, ਗੱਲ ਮੋੜ ਕੇ ਉੱਥੇ ਆਉਂਦੀ ਆ ਕਿ ਦੇਰ ਇਜ਼ ਨੋ ਅਕਾਊਂਟੇਬਿਲਿਟੀ। ਰਾਈਟ। ਜੇ ਅੱਜ ਉਹ ਜੁਮਲਾ ਛੱਡ ਦਿੱਤਾ, ਜੇ ਉਹਨਾਂ ਨੂੰ ਪੁੱਛਿਆ ਵੀ ਇਹ ਤੁਸੀਂ ਕਾਹਤੇ ਇੱਦਾਂ ਕਹਿੰਦੇ ਆ, ਉਹ ਕਹਿੰਦੇ ਜੀ ਉਹ ਤਾਂ ਜੁਮਲਾ ਸੀ। ਜੁਮਲੇ ਤੁਹਾਨੂੰ ਪਤਾ ਵੀ ਮਤਲਬ ਜੁਮਲਿਆਂ ਦਾ ਕੀ ਆ, ਰਾਈਟ। ਸੋ ਇਸ ਕਰਕੇ ਜੇ ਜੁਮਲੇ ਹੀ ਕਰਨੇ ਆ, ਉਹ ਕੰਟਰੀਆਂ ਨਹੀਂ ਰਨ ਕਰ ਰਹੇ। ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ, ਸਾਰੇ ਕਹਿ ਰਹੇ ਆ ਕਿ ਜੀ ਅਸੀਂ ਅਮਰੀਕਾ ਬਣਾ ਦੇਵਾਂਗੇ, ਅਸੀਂ ਜੀ 5 ਸਾਲਾਂ ਦੇ ਵਿੱਚ ਇਹਨੂੰ ਆਹ ਬਣਾ ਦੇਵਾਂਗੇ। ਬਣਾਉਣਾ ਕਾਹਦੇ ਨਾਲ ਆ? ਗੱਲ ਤਾਂ ਇਹ ਆ, ਪਾਣੀ ਦੇ ਵਿੱਚ ਉਹਨਾਂ ਨੇ ਬੱਸਾਂ ਚਲਾਤੀਆਂ, ਉਹ ਵੀ ਡੁੱਬ ਗਈਆਂ। ਕਿਹੜੀ ਚੀਜ਼ ਵਾ ਜਿਹੜੀ ਉਹਨਾਂ ਨੇ ਕੋਈ ਬਣਾ ਕੇ? ਤਾਂ ਹੁਣ ਦੇਖੋ MLA ਬਣਦੇ ਆ, ਉਹਨਾਂ ਨੂੰ 5-5 ਸਾਲ ਤੋਂ 5-5 ਲੱਖ ਰੁਪਈਏ ਦੀ ਪੈਨਸ਼ਨ ਮਿਲਦੀ ਆ। ਫਿਰ ਕਿੰਨੇ ਵਾਰੀ ਮਿਲਦੀ ਆ? ਕਈਆਂ ਨੂੰ 10-10 ਪੈਨਸ਼ਨਾਂ ਜਿਹੜੀਆਂ ਮਿਲ ਰਹੀਆਂ, ਰਾਈਟ। ਉਹ ਤੁਸੀਂ ਦੱਸੋ ਵੀ ਉਹਨਾਂ ਨੇ ਕਿਹੜਾ
ਕਿਹੜਾ ਮਾਰਕਾ ਮਾਰਿਆ? ਲੀਡਰਾਂ ਦੀ ਮੈਂ ਗੱਲ ਪਹਿਲਾਂ ਕਰ ਰਿਹਾ ਸੀ ਵੀ ਲੀਡਰਾਂ ਦੇ ਉੱਤੇ ਯਕੀਨ ਨਹੀਂ ਕਰਦੇ ਲੋਕ, ਕਿਉਂਕਿ ਲੀਡਰਾਂ ਨੇ ਯਕੀਨ ਗਵਾ ਲਿਆ। ਹੁਣ ਇੱਕ ਲੀਡਰ ਉੱਭਰ ਕੇ ਸਾਹਮਣੇ ਆਇਆ ਸੀ, ਸੁਖਪਾਲ ਸਿੰਘ ਖਹਿਰਾ, ਜਿਹਨੇ ਬੜੇ ਵਧੀਆ ਘੱਟ ਗਿਣਤੀਆਂ ਲਈ ਵੀ ਬੋਲਿਆ, ਪਿਛਲੇ ਦਿਨੀ ਬੜਾ ਵਧੀਆ ਪ੍ਰਚਾਰ ਵੀ ਕੀਤਾ। ਅਖੀਰ ਉਹ ਵੀ ਰਵਾਇਤੀ ਪਾਰਟੀ ਦੇ ਵਿੱਚ ਵਾਪਸ ਚਲੇ ਗਏ ਆ। ਹੁਣ ਰਹਿੰਦਾ ਖੁੰਦਾ ਜਿਹੜਾ ਆਮ ਕਹੀਏ ਲੋਕਾਂ ਦਾ ਯਕੀਨ ਹੈ ਉਹ ਵੀ ਟੁੱਟਦਾ ਹੋਇਆ ਨਜ਼ਰ ਆ ਰਿਹਾ। ਨਹੀਂ ਫਿਰ ਇਹ ਚੰਗੀ ਗੱਲ ਹੋਆ, ਕਿਉਂਕਿ ਗੱਲ ਤਾਂ ਇਹ ਆ ਵੀ ਇਹਨਾਂ ਦਾ ਇਹਨੇ ਪਰਖੇ ਤਾਂ ਗਏ ਨਾ, ਸਾਹਮਣੇ ਆ ਗਏ। ਜੇਕਰ ਉਹ ਤੁਹਾਨੂੰ ਨਵੀਂ ਪਾਰਟੀ ਬਣਾ ਕੇ ਨਵੇਂ ਸਹਿ 'ਤੇ ਲਿਜਾ ਕੇ ਤੁਹਾਨੂੰ ਉੱਪਰ ਪੌੜੀ 'ਚ ਚੜ੍ਹਾ ਕੇ ਮਗਰੋਂ ਚੱਕਦੇ, ਉਹਦੇ ਨਾਲ ਨੁਕਸਾਨ ਸਾਡਾ ਹੀ ਹੋਣਾ ਸੀ। ਰਵਾਇਤੀ ਪਾਰਟੀਆਂ ਬਾਰੇ ਤਾਂ ਤੁਹਾਡੀ ਰਾਏ ਜਿਹੜੀ ਉਹ ਸਾਹਮਣੇ ਹੈਗੀ ਆ। ਹੁਣ ਇੱਕ ਹੋਰ ਪਾਰਟੀ ਆਮ ਆਦਮੀ ਪਾਰਟੀ ਆਉਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ, ਕਿਵੇਂ ਦੇਖਦੇ ਹੋ? ਦੇਖੋ ਜੀ, ਆਮ ਆਦਮੀ ਪਾਰਟੀ ਆਵੇ, ਉਹਨਾਂ ਨੇ ਵੀ ਜਿਹੜੀ ਪਾਰਟੀ ਸੈਂਟਰ ਤੋਂ ਕੰਟਰੋਲ ਆ ਨਾ, ਹੁਣ ਪੰਜਾਬ ਦਾ ਫਾਇਦਾ ਨਹੀਂ ਕਰਨਾ ਜੀ। ਹਾਂ, ਇਹ ਜ਼ਰੂਰ ਆ ਕਿ ਉਹਨਾਂ ਨੇ ਥੋੜ੍ਹਾ ਜਿਹਾ ਇਹਨਾਂ ਨਾਲੋਂ ਸ਼ਾਇਦ ਬਿਹਤਰ ਕਰ ਦੇਣਾ। ਅੱਛਾ, ਰਾਈਟ, ਗਲੀਆਂ ਨਾਲੀਆਂ ਪੱਕੀਆਂ ਕਰ ਦੇਣਗੇ, ਠੀਕ ਵਾ। ਪਰ ਸਿੱਖਾਂ ਦੇ ਮਸਲੇ ਸਾਡੇ ਸਿੱਖਾਂ ਦੇ ਮਸਲੇ ਇਕੱਲੇ ਸਾਡੇ ਨਹੀਂ, ਇਹ ਸਾਰੇ ਆਮ ਆਦਮੀ ਦੇ ਆ। ਇਹ ਹਰੇਕ ਛੋਟੇ ਵਰਗ ਦੇ ਆ, ਹਰੇਕ ਬੰਦਾ ਜਿਹੜਾ ਦਿਹਾੜੀਦਾਰ ਆ ਉਹਦੇ ਆ। ਤੇ ਇਹਨੂੰ ਜੇ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜੇ ਅਸੀਂ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਜੇ ਅਸੀਂ ਫੇਰ ਵੀ ਕੁਛ ਨਾ ਸਿੱਖਿਆ ਤੇ ਫਿਰ ਕੀ ਕਰਨਾ ਕੀ ਆ ਜੀ। ਸੋ ਇਸ ਕਰਕੇ ਦਲਜੀਤ ਜੀ, ਇਹ ਗੱਲ ਜਿਹੜੀ ਆ ਸਾਨੂੰ ਇਹ ਸਮਝਣੀ ਚਾਹੀਦੀ ਆ, ਪਾਵਰ ਇਜ਼ ਇਨ ਦ ਹੈਂਡਸ ਆਫ ਦ ਪੀਪਲ। ਪੀਪਲ ਪਾਵਰ ਜਿਸ ਵੇਲੇ ਅਸੀਂ ਵੱਢੀ ਦਿੰਦੇ ਆ, ਉਸ ਵੇਲੇ ਸੋਚੀਏ ਕਿ ਅਸੀਂ ਇਹਨੂੰ ਆਦੀ ਵੱਢੀ ਦਿੰਦੇ ਆ ਤਾਂ ਸਾਡੇ ਗੁਲਾਮ ਆ। ਬਿਲਕੁਲ, ਇਹ ਤਾਂ ਸਾਡਾ ਵਰਕਰ ਵਾ, ਗੁਲਾਮ ਨਹੀਂ, ਵਰਕਰ ਵਾ। ਰਾਈਟ, ਵਰਕਰ ਤੋਂ ਅਸੀਂ ਆਪਣਾ ਕੰਮ ਕਰਵਾਉਣਾ, ਲੇਕਿਨ ਨਹੀਂ, ਅਸੀਂ ਉਹਨੂੰ ਵੱਢੀ ਦਿੰਦੇ ਆ ਤਾਂ ਕਿ ਸਾਡਾ ਟਾਈਮ ਨਾ ਵੇਸਟ ਹੋਵੇ। ਔਰ ਉਹਨਾਂ ਦੇ ਕੋਲ ਇੱਕ ਬੜਾ ਬਹਾਨਾ ਆ, 3-3 ਦਿਨ 4-4 ਦਿਨ ਤੁਹਾਨੂੰ ਘੁਮਾਉਂਦੇ ਰਹਿੰਦੇ ਆ। ਮਗਰੋਂ ਨਹੀਂ ਕਹਿੰਦਾ ਯਾਰ ਛੱਡ ਪਰੇ, ਮੈਂ ਹੁਣ 3 ਦਿਹਾੜੀਆਂ ਖਰਾਬ ਕਰ ਦਿੱਤੀਆਂ, ਮੇਰੀ ਦਿਹਾੜੀ ਦੀ ਕੀਮਤ ਹੀ ਕੋਈ ਨਹੀਂ। ਮਤਲਬ ਕਹਿ ਲਈਏ ਕਿਤੇ ਨਾ ਕਿਤੇ ਸਿਸਟਮ ਜਿਹੜਾ ਹੈ ਉਹ ਟੋਟਲੀ ਜਿਹੜਾ ਖਰਾਬ ਹੋ ਚੁੱਕਿਆ। ਆਪਾਂ ਇਹ ਕਹਿ ਲਈਏ ਵੀ ਸਾਰਾ ਹੀ ਸਿਸਟਮ ਗਲਿਆ ਆ, ਟੋਟਲੀ ਖਰਾਬ ਹੋ ਚੁੱਕਿਆ, ਬਿਲਕੁਲ ਖਰਾਬ ਆ। ਤੇ ਜਿਹਦੇ ਵਿੱਚ ਅਕਾਊਂਟੇਬਿਲਿਟੀ ਨਹੀਂ। ਹੁਣ ਆਪਾਂ ਕੰਮ ਕਰਦੇ ਹਾਂ, ਆਪਾਂ ਕੰਮ ਤੇ ਜਾਂਦੇ ਹਾਂ, ਕੰਮ ਤੇ ਸਾਨੂੰ ਡਿਊਟੀ ਦਿੱਤੀ ਜਾਂਦੀ ਆ ਤੇ ਉਹਦੀ ਅਕਾਊਂਟੇਬਿਲਿਟੀ ਆ। ਇੱਥੇ ਕੋਰਟ ਕੇਸ ਹੁੰਦੇ ਆ, ਇਹਦੇ ਵਿੱਚ ਇਹਨਾਂ ਦੀ ਲਿਮਿਟ ਹੁੰਦੀ ਆ ਵੀ 2 ਸਾਲ 'ਚ 3 ਸਾਲ 'ਚ ਜਾਂ ਇਹਨੂੰ ਖਤਮ ਕਰ ਜੀ। ਬਿਲਕੁਲ ਬਿਲਕੁਲ। ਹਿੰਦੁਸਤਾਨ ਦੇ ਵਿੱਚ 45 ਸਾਲ ਹੋ ਗਏ ਆ, ਉਹਨਾਂ ਨੂੰ ਨਿਆਂ ਨਹੀਂ ਮਿਲ ਰਿਹਾ। ਉਹ ਕਿੱਥੇ ਗਿਆ? ਜਸਟਿਸ ਡਿਨਾਈਡ। ਉਹ ਜਿਹੜਾ ਸਿਸਟਮ ਆ ਉਹਦੇ ਵਿੱਚ ਉਹਨੂੰ ਕੀ ਫਾਇਦਾ ਹੋਇਆ ਜੇ 40-45 ਜਾਂ 2 ਪੀੜ੍ਹੀਆਂ ਛੱਡ ਕੇ ਤੇ ਉਹਨੂੰ ਕੁਛ ਮਿਲ ਵੀ ਗਿਆ ਤੇ ਕੀ ਉਹਦਾ ਫਾਇਦਾ? ਫਾਇਦਾ ਤਾਂ ਇਹ ਆ ਵੀ ਜੇ ਅੱਜ ਕੋਈ ਚੀਜ਼ ਹੋਈ ਆ ਤੇ ਮੈਂ ਅੱਜ ਉਹਦਾ ਕਰਾਂ। ਬਿਲਕੁਲ ਠੀਕ ਹੈ। ਸੋ ਇਸ ਕਰਕੇ ਇਹ ਜਿਹੜਾ ਸਾਡਾ ਸਿਸਟਮ ਆ, ਉਹਨੂੰ ਮੋੜ ਕਰਕੇ ਗੱਲ ਉੱਥੇ ਹੀ ਆਉਂਦੀ ਆ ਵੀ ਅਸੀਂ ਚਾਹੁੰਦੇ ਕੀ ਆ। ਹੁਣ ਸਾਡੇ ਭਰਾ ਜਾਂ ਸਾਡੇ, ਕਿਉਂਕਿ ਜਾਂ ਤਾਂ ਸਾਡੇ ਵਿੱਚ ਕਾਬਲੀਅਤ ਨਹੀਂ, ਅਸੀਂ ਉਹਨਾਂ ਨੂੰ ਐਕਸਪਲੇਨ ਨਹੀਂ ਕਰ ਸਕੇ ਜੀ, ਤੇ ਅਸੀਂ ਜ਼ਬਰਦਸਤੀ ਕਰ ਨਹੀਂ ਸਕਦੇ। ਰਾਈਟ, ਦੂਸਰਾ ਇਹ ਆ ਕਿ ਜਿਸ ਵੇਲੇ ਆਪਾਂ ਆਪਸ ਵਿੱਚ ਹੀ ਵਿਚਾਰ ਕੇ ਬਹਿ ਕੇ ਗੱਲ ਕਰਕੇ ਉਹਨਾਂ ਨੂੰ ਸਮਝਾਵਾਂਗੇ ਤਾਂ ਆਟੋਮੈਟਿਕਲੀ ਕਿਸੇ ਨੂੰ ਵੀ ਪਤਾ ਲੱਗਣਾ ਤਾਂ ਉਹਨੂੰ ਉਹਦੇ 'ਤੇ ਚੱਲੂਗਾ। ਜੇ ਨਾ ਚੱਲੂਗਾ ਤਾਂ ਫਿਰ ਉਹਦੀਆਂ ਹੀ ਅੱਖਾਂ ਦੁਖਣੀਆਂ, ਕਿਸੇ ਦਾ ਕੀ ਜਾਣਾ। ਤੌੜੀ ਉਬਲੂਗੀ, ਆਪਣੇ ਕੰਢੇ ਸੁਰੂਗੀ। ਰਾਈਟ, ਬਾਕੀ ਨਹੀਂ ਕਿਸੇ ਦਾ ਲੂ ਹੋਣਾ। ਸੋ ਇਸ ਕਰਕੇ ਸਾਨੂੰ ਜਿਹੜਾ ਆ, ਅਸੀਂ ਸਾਰੀ ਦੁਨੀਆ ਦੇ ਵਿੱਚ ਛੋਟੇ ਛੋਟੇ ਮੁਲਕ ਆ, ਅਸੀਂ ਤਾਂ ਇਹ ਕਹਿ ਦਿੰਦੇ ਹਾਂ ਜੀ ਪੰਜਾਬ ਨੂੰ ਸਮੁੰਦਰ ਨਹੀਂ ਲੱਗਦਾ। ਤੇ ਮੈਨੂੰ ਇੱਕ ਸਿਆਣੇ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਵੀ ਅਸੀਂ ਉੱਥੇ ਜਾ ਕੇ ਡੁੱਬਣਾ। ਠੀਕ ਹੈ। ਰਾਈਟ, ਹੁਣ ਜਿਹੜਾ ਸਿਸਟਮ ਆ, ਅਸੀਂ ਇੱਥੇ ਬੈਠੇ ਚਾਈਨਾ ਤੋਂ ਜਾਂ ਕਿਤਿਓਂ ਵੀ ਅਸੀਂ ਕੋਈ ਚੀਜ਼ ਮੰਗਾ ਸਕਦੇ ਹਾਂ, ਪ੍ਰੋਵਾਈਡਿੰਗ ਵਿਦ ਦ ਟੈਕਸਿਸ ਵੀ ਕੈਨ ਸੈਲ ਇਟ। ਰਾਈਟ, ਹਿੰਦੁਸਤਾਨ ਦੇ ਵਿੱਚ ਤੁਸੀਂ ਇਹ ਕਰ ਹੀ ਨਹੀਂ ਸਕਦੇ। ਤੁਸੀਂ ਜਿਹੜਾ ਵਾਹਗਾ ਬਾਰਡਰ ਆ ਉਹਨੂੰ ਓਪਨ ਅਪ ਕਰਕੇ ਬਾਹਰਲੇ ਪਾਸੇ ਨੂੰ, ਇੱਧਰਲੇ ਪਾਕਿਸਤਾਨ ਦੇ ਪਾਸੇ ਨੂੰ, ਜਿੰਨੀ ਮਿਡਲ ਈਸਟ ਆ ਸਾਰੀ ਨੂੰ ਸਬਜ਼ੀਆਂ ਨਹੀਂ ਵੀ ਦੇ ਸਕਦੇ। ਜਿਹੜਾ ਇਸ ਵੇਲੇ ਫਿਊਚਰ ਆ ਨਾ, ਫਿਊਚਰ ਉਹ ਇਹ ਆ ਕਿ there is going to be shortage of food.
ਰਾਈਟ ਆਉਣ ਵਾਲਾ ਕਿਉਂਕਿ ਸਮਾਂ ਕਹਿੰਦਾ ਇਹ ਬਿਲਕੁਲ ਕਿਉਂਕਿ ਪਾਪੂਲੇਸ਼ਨ ਇਜ਼ ਗੈਟਿੰਗ ਬਿਗਰ, ਜ਼ਮੀਨ ਜਿਹੜੀ ਆ ਉਹ ਨਹੀਂ ਵਧਣੀ right? ਜੀ ਬਿਲਕੁਲ ਤੇ ਜਿਹੜਾ ਖਾਣਾ ਆ, ਖਾਣੇ ਤੋਂ ਬਗੈਰ ਅਸੀਂ ਜੀ ਨਹੀਂ ਸਕਦੇ ਜੀ ਜਿਸ ਤਰ੍ਹਾਂ ਹਵਾ ਤੋਂ ਬਗੈਰ ਨਹੀਂ, ਪਾਣੀ ਤੋਂ ਬਗੈਰ ਨਹੀਂ, ਇਸੇ ਤਰੀਕੇ ਦੇ ਨਾਲ ਖਾਣ ਤੋਂ ਬਗੈਰ ਅਸੀਂ ਜੀ ਨਹੀਂ ਸਕਦੇ। ਤੇ ਜਿਹੜਾ ਪੰਜਾਬ ਆ, ਪੰਜਾਬ ਦੇ ਵਿੱਚ ਐਗਰੀਕਲਚਰ ਇਜ਼ ਦ ਮੇਨ ਥਰਸਟ ਬਿਲਕੁਲ ਆਫ ਪੰਜਾਬ। ਪਰ ਐਗਰੀਕਲਚਰ ਤਾਂ ਰਹੇਗਾ ਸੋਤਾ ਸਾਹਿਬ ਜੇ ਪਾਣੀ ਰਹੇਗਾ। ਪਾਣੀ ਦੀ ਤਾਂ ਚੌਥੀ ਤਹਿ ਜਿਹੜੀ ਹੈ ਕਹਿੰਦੇ ਉੱਥੇ ਤੱਕ ਪਹੁੰਚ ਚੁੱਕੇ ਆ, ਆਉਣ ਵਾਲੇ 5-7 ਸਾਲ ਤੱਕ ਪਾਣੀ ਖਤਮ ਹੋ ਗਿਆ। ਉਹ ਵੀ ਜਿਹੜਾ ਆ ਉਹਦਾ ਵੀ ਰੀਜ਼ਨ ਇਹੀ ਆ, ਉਹਦਾ ਵੀ ਰੀਜ਼ਨ ਇਹੀ ਆ ਕਿ ਅਸੀਂ ਆਪਣੇ ਏਰੀਅਨ ਲੋਜ਼ ਦੇ ਹਿਸਾਬ ਨਾਲ ਜਿਹੜਾ ਵਰਲਡ ਦਾ ਰੂਲ ਆ ਉਹਦੇ ਹਿਸਾਬ ਨਾਲ ਅਸੀਂ ਪਾਣੀਆਂ ਦੀ ਵੰਡ ਨਹੀਂ ਕੀਤੀ। ਜੇ ਤੁਸੀਂ ਥੋੜ੍ਹਾ ਜਿਹਾ ਦੇਖੋ ਤਾਂ ਅੰਗਰੇਜ਼ ਰਾਜੇ ਮਹਾਰਾਜਿਆਂ ਨੂੰ ਪਾਣੀ ਦਾ ਪੈਸਾ ਦਿੰਦੇ ਸੀ, ਬਿਲਕੁਲ ਰਾਈਟ। ਤੇ ਜਿਸ ਵੇਲੇ ਉਹ ਦਿੰਦੇ ਸੀ ਤੇ ਅੱਜ ਦੇ ਬੰਦਿਆਂ ਨੂੰ ਕੀ ਬਿਮਾਰੀ ਪੈਂਦੀ ਆ ਬਈ, ਉਹ ਕਦੇ ਨਹੀਂ ਦੇ ਸਕਦੇ। ਜਿੰਨਾ ਪਾਣੀ ਦਾ ਪੈਸਾ ਹੈ ਨਾ, ਜੇ ਉਹੀ ਦਿੱਤਾ ਜਾਵੇ ਪੰਜਾਬ ਤਾਂ ਕੱਲ੍ਹ ਨੂੰ ਅਮੀਰ ਹੋ ਜਾਊਗਾ। ਸੋ ਇਹ ਗੱਲਾਂ ਜਿਹੜੀਆਂ, ਪਰ ਗੱਲ ਤਾਂ ਇਹ ਹੈ ਵੀ ਕੌਣ ਕਹੇ ਰਾਣੀ ਅੱਗਾ ਟੱਕ। ਗੱਲ ਤਾਂ ਇਹੀ ਹੈ, ਗੱਲ ਇਹੀ ਆ। ਗੁਰੂ ਨਾਨਕ ਦੇਵ ਜੀ ਨੇ ਇਸੇ ਕਰਕੇ ਬਾਬਰ ਨੂੰ ਜਾਵਰ ਨੂੰ ਬਾਬਰ ਕਿਹਾ ਸੀ ਨਾ, ਰਾਈਟ। ਉਹੀ ਚੀਜ਼ ਆ ਜਿਹੜੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਰਾਮਦਾਸ, ਸਾਰੇ ਗੁਰੂਆਂ ਨੇ ਸਿਧਾਂਤਕ ਦੀ ਗੱਲ ਕੀਤੀ ਹੈ ਨਾ। ਅਸੀਂ ਸਿਧਾਂਤ ਤੋਂ ਪਰੇ ਹੋ ਜਾਂਦੇ ਹਾਂ। ਪਰ ਉਹ ਸਮਾਂ ਜਿਹੜਾ ਸੀ ਉਦੋਂ ਆਪਣੇ ਹਿੱਤ ਜਾਂ ਫਿਰ ਆਪਣੀਆਂ ਨਿੱਜੀ ਜਿਹੜੀਆਂ ਕਹਿ ਲਈਏ ਵੀ ਖੁਆਇਸ਼ਾਂ ਉਦੋਂ ਨਹੀਂ ਸੀ ਦੇਖੀਆਂ ਜਾਂਦੀਆਂ। ਅੱਜ ਸੁਖਪਾਲ ਸਿੰਘ ਖਹਿਰਾ ਨੇ ਬਗਾਵਤ ਕੀਤੀ, ਆਪਾਂ ਇਹ ਕਹਿ ਲਈਏ ਪੰਜਾਬ ਦੇ ਪਾਣੀਆਂ ਦੀ ਵੀ ਗੱਲ ਕੀਤੀ ਹੈ। ਉਸ ਤੋਂ ਬਾਅਦ ਹੋਰ ਵੀ ਬੜੇ ਮੁੱਦੇ ਉਠਾਏ ਆ। ਅਖੀਰ ਉਹਨਾਂ ਦੇ ਉੱਤੇ ਈਡੀ ਦੀਆਂ ਰੇਡਾਂ ਵੱਜਣੀਆਂ ਸ਼ੁਰੂ ਹੋ ਗਈਆਂ ਤੇ ਇਨਡਾਇਰੈਕਟਲੀ ਉਹਨਾਂ ਨੇ ਆਪਣੀ ਇੰਟਰਵਿਊਜ਼ ਦੇ ਵਿੱਚ ਇਹ ਕਿਹਾ ਕਿ ਮੇਰੇ ਨਾਲ ਹੁਣ ਕੋਈ ਨਹੀਂ ਖੜਿਆ, ਇਸ ਕਰਕੇ ਮੈਨੂੰ ਰਵਾਇਤੀ ਪਾਰਟੀ 'ਚ ਵਾਪਸ ਜਾਣਾ ਪਿਆ। ਮਤਲਬ ਕਿ ਬਾਬਰ ਜਾਵਰ ਜਿਹੜਾ ਉਦੋਂ ਕਹਿਣਾ ਸੀ, ਅੱਜ ਬਾਬਰ ਦੀ ਪਾਰਟੀ ਦੇ ਵਿੱਚ, ਉਹਦੀ ਸੈਨਾ ਦੇ ਵਿੱਚ ਜਾ ਕੇ ਉਹ ਦੁਬਾਰਾ ਰਲ ਗਿਆ। ਫਿਰ ਗੱਲ ਮੁੜ ਕੇ ਆ ਗਈ ਨਾ ਦਲਜੀਤ ਜੀ, ਉਹੀ ਗੱਲ ਆ ਗਈ ਕਿ ਜਿਹੜਾ ਉਸ ਮੁਲਕ ਦੇ ਵਿੱਚ ਰਹਿੰਦਾ ਉਹਦੇ ਗੁੱਟੇ ਨੂੰ ਹੱਥ ਪਾਉਂਦੇ ਆ, ਰਾਈਟ। ਤੇ ਜਿਹੜਾ ਉਹ ਸਾਰਾ ਸਿਸਟਮ ਆ ਉਹ ਗਲਿਆ ਆ ਤੇ ਉੱਥੇ ਕੋਈ ਵੀ ਸੇਫ ਨਹੀਂ। ਤੁਸੀਂ ਕੋਈ ਗੱਲ ਕਰਕੇ ਕਰ ਨਹੀਂ ਸਕਦੇ। ਸੋ ਇਸ ਕਰਕੇ ਸਾਨੂੰ ਇਹ ਇੰਟਰਨੈਸ਼ਨਲ ਤੌਰ 'ਤੇ ਸਾਨੂੰ ਆਹ ਬਾਹਰਲੇ ਮੁਲਕਾਂ ਦੇ ਵਿੱਚ ਸਾਡਾ ਕੇਸ ਜਿਹੜਾ ਆ ਉਹ ਸੋਹਣੇ ਤਰੀਕੇ ਦੇ ਨਾਲ ਪੁੱਟ ਫੋਰਵਰਡ, ਪਰ ਉਹਨਾਂ ਨੇ ਵੀ ਤਾਂ ਤੁਹਾਡੀ ਮਦਦ ਕਰਨੀ ਆ। ਜਿਸ ਵੇਲੇ ਸਾਰਾ ਜਿਹੜਾ ਪੰਜਾਬ ਦੇ ਲੋਕ ਵਾ, ਜਦ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਣਾ ਕਿ ਇਹ ਜਿਹੜੇ ਪੰਜਾਬੀ ਲੋਕ ਆ ਨਾ, ਇਹ ਇਸ ਗੱਲ ਦੇ ਹੱਕ 'ਚ ਖੜੇ ਆ। ਪਰ ਸੋਹਤਾ ਸਾਹਿਬ, ਆਪਾਂ ਆਮ ਤੌਰ 'ਤੇ ਗੱਲ ਕਰਦੇ ਹਾਂ ਸਿੱਖ ਰਾਜ ਦੀ, ਜਿਹੜੀ ਜ਼ਿਆਦਾ ਗੱਲ ਹੁੰਦੀ ਹੈ ਉਹ ਬਾਹਰਲੇ ਮੁਲਕਾਂ 'ਚ ਹੁੰਦੀ ਹੈ। ਹੁਣ ਪੰਜਾਬ ਦੇ ਵਿੱਚ ਦੇਖੀਏ ਤਾਂ ਸਾਡੇ ਨੌਜਵਾਨ ਕੋਈ ਨਸ਼ਿਆਂ ਦੇ ਵਿੱਚ ਗਲਤਾਨ ਹੈ, ਕੋਈ ਡੀਜੇ ਦੇ ਉੱਤੇ ਨੱਚ ਰਿਹਾ, ਕੋਈ ਗੋਲੀਆਂ ਚਲਾ ਰਿਹਾ, ਕੋਈ ਫੁਕਰਪੁਣੇ ਦੇ ਵਿੱਚ ਜਾਨਾਂ ਗਵਾ ਰਿਹਾ, ਕੁਛ ਗਾਇਕਾਂ ਪਿੱਛੇ ਲੜ ਰਹੇ ਨੇ, ਜਾਂ ਉਹਨਾਂ ਨੂੰ ਪਾਣੀਆਂ ਦੇ ਮਸਲੇ ਦਾ ਵੀ ਕੋਈ ਪਤਾ ਨਹੀਂ। ਉਹਨਾਂ ਨੂੰ ਇਹ ਨਹੀਂ ਪਤਾ ਵੀ ਬਿਜਲੀ ਦੀ ਜਿਹੜੀ ਯੂਨਿਟ ਹੈ ਸਾਨੂੰ 8 ਰੁਪਈਏ ਮਿਲਦੀ ਹੈ ਤੇ ਦਿੱਲੀ ਦੇ ਵਿੱਚ 2 ਰੁਪਈਏ ਮਿਲਦੀ ਹੈ। ਇਹਦਾ ਕਾਰਨ ਇਹ ਆ ਕਿ ਸਾਨੂੰ ਉਹ ਖਤਮ ਕਰਨਾ ਚਾਹੁੰਦੇ ਆ। ਹੁਣ ਦੇਖੋ, ਸੈਂਟਰ ਦੇ ਵਿੱਚੋਂ ਜਿਹੜਾ ਕਿ ਉਹਨਾਂ ਕੋਲ ਕੋਈ ਹੱਕ ਨਹੀਂ ਕਿ ਖੇਤੀਬਾੜੀ ਦੇ ਕਾਨੂੰਨ ਬਣਾ ਸਕਣ, ਕੋਈ ਹੱਕ ਨਹੀਂ, ਲੇਕਿਨ ਉਹ ਬਣਾ ਰਹੇ ਆ। ਕਸ਼ਮੀਰ ਦਾ ਜਿਹੜਾ ਉਹਨਾਂ ਨੇ ਚੱਕ ਕੇ 370 ਤੋੜੀ ਆ, ਉਹਨਾਂ ਨੂੰ ਕੋਈ ਹੱਕ ਹੈਗਾ? ਮੇਰਾ ਸਵਾਲ ਇਸ ਤਰੀਕੇ ਦਾ ਸੀਗਾ ਵੀ ਕਿਤੇ ਵਾਕਈ ਜਿਹੜੀ ਸਿੱਖ ਰਾਜ ਦੀ ਗੱਲ ਕਰਦੇ ਆ ਉਹ ਕਿਤੇ ਬਾਹਰ ਬੈਠੇ ਤਾਂ ਨਹੀਂ ਕਰੀ ਜਾਂਦੇ, ਕਿਉਂਕਿ ਪੰਜਾਬ ਵਾਲੇ ਤਾਂ ਕਹਿੰਦੇ ਅਸੀਂ ਖੁਸ਼ ਬਹੁਤ ਹਾਂ। ਨਹੀਂ, ਦੇਖੋ, ਜਿਹੜੇ ਪੰਜਾਬ 'ਚ ਬੈਠੇ ਆ, ਅਸੀਂ ਗੱਲ ਕਹਿੰਦੇ ਆ ਵੀ ਜੇ ਉਹ ਨਹੀਂ ਚਾਹੁੰਦੇ ਤਾਂ ਫਿਰ ਉਹਨਾਂ ਦੀ ਮਰਜ਼ੀ ਆ। ਅਸੀਂ ਤਾਂ ਉਹਨਾਂ ਨੂੰ ਦੱਸ ਰਹੇ ਆ ਵੀ ਆਹ ਫਾਇਦੇ ਆ, ਆਹ ਨੁਕਸਾਨ ਆ। ਜੇ ਅਸੀਂ ਸਿਰ ਉੱਚਾ ਕਰਕੇ ਜੀਣਾ, ਆਹ ਜਿਹੜੀ ਸਾਡੀ ਸਰਦਾਰੀ ਆ ਨਾ, ਆਹ ਜਿਹੜੀ ਸਾਡੀ ਪੱਗ ਵਾ, ਇਹ ਜਿਹੜੀ ਸਾਨੂੰ 10ਵੇਂ ਪਾਤਸ਼ਾਹ ਨੇ ਦਿੱਤੀ ਆ, ਜੇ ਇਹਨੂੰ ਲਾਜ ਲਾਉਣੀ ਆ ਤਾਂ ਜੋ ਮਰਜ਼ੀ ਕਰੀ ਜਾਵੋ। ਜੇ ਇਹਦੇ ਤੇ ਖੜਨਾ ਆ, ਅਣਖ ਨਾ ਜੀਣਾ ਆ, ਤਾਂ ਅਣਖ ਨਾ ਇੱਕੋ ਇੱਕ ਤਰੀਕਾ ਆ ਕਿ ਜ਼ੁਲਮ ਦੇ ਖਿਲਾਫ ਖੜਨ ਦਾ। ਤੇ ਜਿਸ ਵੇਲੇ ਅਸੀਂ ਉਹਦੇ ਖਿਲਾਫ ਖੜਾਂਗੇ, ਆਪਣੇ ਆਪ ਨੂੰ ਵਾਰਾਂਗੇ, ਅਸੀਂ ਆਪਣੇ ਲਈ ਨਹੀਂ, ਇਹ ਪੰਥ ਲਈ ਆ, ਇਹ ਆਪਣੇ ਸਾਰਿਆਂ ਲਈ ਆ। ਹੁਣ ਜਿਹੜਾ ਬੰਦਾ ਖੜਾ ਆ, ਉਹ ਖੜਾ ਵਿਆ, ਉਹ ਕੰਮ ਵੀ ਕਰਦਾ। ਜਾਣੀ ਕਈ ਵਾਰੀ ਦੇਖੀਦਾ ਪਈ, ਕਈ ਹੁੰਦੇ ਆ ਵੀ ਉਹ ਲੈਕਚਰ ਬਹੁਤ ਕਰਦੇ ਆ, ਲੇਕਿਨ ਕੰਮ ਬਹੁਤ ਘੱਟ ਕੰਮ ਨਹੀਂ ਹੁੰਦੇ ਉਹਨਾਂ ਦੇ।
ਤੇ ਕਈ ਬੰਦੇ ਹੈਗੇ ਆ ਹੁਣ ਸ਼ਹੀਦ ਭਗਤ ਸਿੰਘ ਅਸੀਂ ਕਹਿੰਦੇ ਆ ਵੀ ਜਿਹੜਾ ਸ਼ਹੀਦ ਭਗਤ ਸਿੰਘ ਆ ਨਾ ਉਹ ਜ਼ਰੂਰ ਹੋਵੇ ਪਰ ਉਹ ਗੁਆਂਢੀਆਂ ਦੇ ਜੰਮੇ ਸਾਡੇ ਨਾ ਜੰਮੇ। ਪਰ ਭਗਤ ਸਿੰਘ ਹੋਰਾਂ ਦੀ ਜੇ ਗੱਲ ਕਰੀਏ ਅੱਜ ਉਹ ਪੰਜਾਬ ਦੇ ਹਾਲਾਤ ਜੇ ਭਾਰਤ ਦੇ ਜਿੱਦਾਂ ਦੇ ਹਾਲਾਤ ਹੋਏ ਆ ਅੱਜ ਉਹ ਦੇਖ ਕੇ ਕਹਿੰਦੇ ਵੀ ਅਸੀਂ ਬੜੇ ਵਧੀਆ ਕੀਤਾ ਫਾਂਸੀ ਦੇ ਗਏ ਤੇ ਜੋ ਹਾਲਾਤ ਤੁਸੀਂ ਬਣਾ ਦਿੱਤੇ। ਬਿਲਕੁਲ ਨਹੀਂ, ਉਹ ਇਸ ਗੱਲ ਤੇ ਹੁਣ ਇਹ ਦੇਖਦੇ ਹੋਣਗੇ ਵੀ ਅਸੀਂ ਕਿਹੜੀ ਆਜ਼ਾਦੀ ਲਈ ਗੱਲ ਕੀਤੀ ਆ, ਅਸੀਂ ਸਾਰਿਆਂ ਦੀ ਆਜ਼ਾਦੀ ਲਈ ਗੱਲ ਕੀਤੀ ਆ, ਇੱਥੇ ਕੁਛ ਟੁੱਕੜ ਬੋਚਾਂ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ। ਉਹ ਗੱਲ ਤਾਂ ਇਹ ਆ ਕੁਆਲਿਟੀ। ਹੁਣ ਤੁਸੀਂ ਇਹਨਾਂ ਮੁਲਕਾਂ 'ਚ ਤੁਸੀਂ ਦੇਖਦੇ ਆ ਕਿਸੇ ਦਾ ਰੰਗ ਦੇਖਿਆ ਜਾਂਦਾ, ਕਿਸੇ ਦਾ ਕੋਈ ਹੋਰ ਦੇਖਿਆ ਜਾਂਦਾ, ਉਹਨੂੰ ਜੇ ਤਨਖਾਹ ਦਿੰਦੇ ਆ ਤਾਂ ਉਹ ਵਰਕ ਦੇ ਮੁਤਾਬਕ ਉਹ ਕੁਆਲਿਟੀ ਦਿੰਦੇ ਆ, ਉਸ ਕੰਮ ਦੇ ਮੁਤਾਬਕ। ਜੇ ਡਾਕਟਰ ਆ ਤਾਂ ਡਾਕਟਰ ਦੇ ਇਕੁਇਵਲੈਂਟ ਆ ਜੀ ਰਾਈਟ। ਉਹ ਇਹ ਨਹੀਂ ਦੇਖਦੇ ਵੀ ਮੇਰਾ ਰੰਗ ਕਾਲਾ, ਇਹਦਾ ਰੰਗ ਪੀਲਾ, ਇਹਦਾ ਰੰਗ ਚਿੱਟਾ, ਅਸੀਂ ਚਿੱਟੇ ਰੰਗ ਨੂੰ ਜ਼ਿਆਦਾ ਦੇਣੇ ਆ, ਫਲਾਣੇ ਨੂੰ ਘੱਟ ਦੇਣੇ ਆ, ਉਹ ਨਹੀਂ ਦੇਖਦੇ। ਇਹੀ ਚੀਜ਼ ਅਸੀਂ ਕਹਿੰਦੇ ਆ। ਜੇ ਸਾਨੂੰ ਹਿੰਦੁਸਤਾਨ ਦੀ ਸਰਕਾਰ ਇਸ ਗੱਲਾਂ 'ਤੇ ਸਾਰਿਆਂ ਨੂੰ ਕੁਆਲਿਟੀ ਕਰ ਦੇਵੇ, ਇਕੁਅਲ ਕਰ ਦੇਵੇ, ਫਿਰ ਕੀ ਲੋੜ ਆ। ਪਰ ਦੂਸਰੇ ਪਾਸੇ ਇਹ ਵੀ ਆ ਭਈ ਕਿੰਨੀਆਂ ਕੌਮਾਂ ਸਾਡਾ ਪਹਿਰਾਵਾ ਨਹੀਂ ਉਹਨਾਂ ਨੂੰ ਮਿਲਦਾ, ਬੋਲੀ ਨਹੀਂ ਮਿਲਦੀ, ਸਾਡਾ ਇਸ਼ਟ ਨਹੀਂ ਮਿਲਦਾ, ਰਾਈਟ। ਅਤੇ ਫਿਰ ਅਸੀਂ ਉਹਨਾਂ ਦੇ ਨਾਲ ਅਸੀਂ ਫੇਰ ਵੀ ਬਣਦੇ ਹਾਂ। ਹੁਣ ਦੇਖੋ ਸਿੱਖ ਕੌਮ ਨੇ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ ਸਿਰ ਉੱਚਾ ਕੀਤਾ ਕਿ ਨਹੀਂ ਕੀਤਾ? ਜਿੱਥੇ ਕੋਈ ਸੁਨਾਮੀ ਆਈ ਆ, ਜਿੱਥੇ ਕੋਈ ਦੁੱਖ ਪੀੜ ਆਈ ਆ, ਉੱਥੇ ਜਾ ਕੇ ਹੈਲਪ ਕੀਤੀ ਆ। ਕਿਸੇ ਨੇ ਪੁੱਛਿਆ ਵੀ ਤੂੰ ਕੌਣ ਵਾ? ਕਿਸੇ ਨੇ ਨਹੀਂ ਪੁੱਛਿਆ। ਸੋ ਇਸ ਕਰਕੇ ਇਹ ਜਿਹੜੀਆਂ ਸਾਡੀ ਗੁਰੂ ਸਾਹਿਬਾਂ ਨੇ ਸਾਨੂੰ ਸਿੱਖੀ ਸਰੂਪ ਨੇ ਸਾਨੂੰ ਹੈ ਨਾ ਦਿੱਤੀਆਂ ਆ, ਉਹ ਆ ਸਾਹਮਣੇ। ਔਰ ਉਹ ਦੁਨਿਆਵੀ ਤੌਰ 'ਤੇ ਔਰ ਸਾਰੇ ਜਗਤ ਦੇ ਵਿੱਚ ਅਸੀਂ ਹੁਣ ਦੇਖੋ ਇੱਕ ਬੰਦਾ ਨਿਊਜ਼ੀਲੈਂਡ ਕਿ ਆਸਟ੍ਰੇਲੀਆ ਦੇ ਵਿੱਚ ਉਹ ਬੱਚੇ ਬਚਾਉਣ ਲਈ ਆਪਣੀ ਪੱਗ ਦਾ ਯੂਜ਼ ਕੀਤਾ। ਕਿੰਨੀ ਕਮਾਲ ਦੀ ਗੱਲ ਵਾ। ਹੁਣ ਜਿੱਥੇ ਮਰਜ਼ੀ ਚੱਲ ਜਾਓ ਅਤੇ ਉਹ ਆਪਣਾ ਕੰਮ ਕਰਦੇ ਆ, 10 ਨੌਹਾਂ ਦੀ ਕਿਰਤ ਕਰਦੇ ਆ, ਕਿਰਤ ਦੇ ਵਿੱਚੋਂ ਫੇਰ ਦਿੰਦੇ ਆ ਪੈਸੇ, ਫਿਰ ਉਹ ਵੰਡਦੇ ਆ, ਫਿਰ ਉਹ ਵਿਤਕਰਾ ਨਹੀਂ ਕਰਦੇ। ਆਹ ਹੀ ਫਰਕ ਵਾ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਨਾ ਇਹ ਬੜੀਆਂ ਡੂੰਘੀਆਂ ਆ। ਹਾਂ ਇੰਨਾ ਆ ਕਿ ਜੇ ਅਸੀਂ ਪੈਰ ਚੱਕਾਂਗੇ ਤਾਂ ਅਸੀਂ ਕਿਤੇ ਪਹੁੰਚਾਂਗੇ। ਜੇ ਅਸੀਂ ਪੈਰ ਹੀ ਨਹੀਂ ਚੱਕਣਾ, ਮੰਜੇ 'ਤੇ ਪਈ ਰਹਿਣਾ, ਘੇਸਲ ਵੱਟ ਕੇ ਪੈ ਰਹਿਣਾ, ਫੇਰ ਨਹੀਂ ਗੱਲ ਬਣਨੀ। ਸੋਤਾ ਸਾਹਿਬ ਦਿਲ ਤਾਂ ਕਰਦਾ ਤੁਹਾਡੀਆਂ ਖੂਬਸੂਰਤ ਗੱਲਾਂ ਜਿਹੜੀਆਂ ਨੇ ਹੋਰ ਵੀ ਅਸੀਂ ਸੁਣ ਜਾਈਏ, ਪਰ ਸਮਾਂ ਜਿਹੜਾ ਹੈ ਸਾਨੂੰ ਇਜਾਜ਼ਤ ਨਹੀਂ ਦਿੰਦਾ। ਮੈਂ ਚਾਹੁੰਦਾ ਕਿ ਚੰਦ ਸ਼ਬਦਾਂ ਦੇ ਵਿੱਚ ਅਖੀਰਲਾ ਮੈਸੇਜ ਸਾਡੇ ਦਰਸ਼ਕਾਂ ਨੂੰ ਕੀ ਦੇਣਾ ਚਾਹੋਗੇ, ਫਿਰ ਆਪਾਂ ਸਮਾਪਤੀ ਕਰੀਏ। ਦਲਜੀਤ ਜੀ ਜਾਗੋ, ਜਾਗੋ। ਤੁਹਾਡਾ ਕਿਸੇ ਨੇ ਕੁਛ ਨਹੀਂ ਕਰਨਾ, ਤੁਹਾਨੂੰ ਆਪਣਾ ਕੰਮ ਆਪ ਕਰਨਾ ਪੈਣਾ। ਅਤੇ ਜੇ ਜਿੰਨੀ ਛੇਤੀ ਅਸੀਂ ਗੁਰੂ ਨਾਨਕ ਦੇਵ ਦੀ ਫਿਲਾਸਫੀ 'ਤੇ ਤੁਰਾਂਗੇ, ਆਪਣਾ ਕੰਮ ਆਪ ਕਰਾਂਗੇ, ਉਨੀ ਛੇਤੀ ਹੀ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਾਂਗੇ। ਜੇ ਅਸੀਂ ਆਪਣਾ ਤੁਰਾਂਗੇ ਨਹੀਂ ਤਾਂ ਮੰਜ਼ਿਲ 'ਤੇ ਪਹੁੰਚਣਾ ਨਹੀਂ। ਬਹੁਤ ਧੰਨਵਾਦ ਕਰਦਾ ਮੈਂ, ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਡੇ ਦਰਸ਼ਕਾਂ ਵਾਸਤੇ ਕੱਢਿਆ। ਬੜੇ ਕੀਮਤੀ ਵਿਚਾਰ ਜਿਹੜੇ ਨੇ ਤੁਸੀਂ ਸਾਡੇ ਨਾਲ ਰੱਖੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਡੇ ਨਾਲ ਜੁੜਾਂਗੇ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਭਾਈ ਅਮਰੀਕ ਸਿੰਘ ਜੀ ਸਹੋਤਾ OBE, ਜਿਨ੍ਹਾਂ ਨੇ ਆਪਣੇ ਵਿਚਾਰ ਨੇ ਪ੍ਰਾਈਡ ਪੰਜਾਬ TV ਦੇ ਪਲੇਟਫਾਰਮ ਤੋਂ ਜਿਹੜੇ ਨੇ ਉਹ ਰੱਖੇ ਨੇ। ਹਰ ਇੱਕ ਨੂੰ ਆਜ਼ਾਦੀ ਹੈ ਆਪਣੇ ਆਪਣੇ ਵਿਚਾਰ ਰੱਖਣ ਦੀ। ਸੋਤਾ ਸਾਹਿਬ ਦੇ ਆਪਣੇ ਵਿਚਾਰ ਨੇ ਜੋ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਨੇ। ਸੋ ਇਹ ਪਲੇਟਫਾਰਮ ਤੁਹਾਡੇ ਵਾਸਤੇ ਵੀ ਹੈ, ਹਰ ਇੱਕ ਵਾਸਤੇ ਆ। ਤੁਸੀਂ ਵੀ ਆਪਣੇ ਵਿਚਾਰ, ਤੁਸੀਂ ਕਿਸੇ ਵੀ ਲਹਿਰ ਦੇ ਨਾਲ ਜੁੜੇ ਹੋ, ਕਿਸੇ ਵੀ ਸੋਚ ਨੂੰ ਸਮਰਪਿਤ ਹੋ, ਤਾਂ ਸਾਡੇ ਇਸ ਪਲੇਟਫਾਰਮ ਜ਼ਰੀਏ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਨੇ ਉਹ ਰੱਖ ਸਕਦੇ ਹੋ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸੇ ਸ਼ਖਸੀਅਤ ਦੇ ਨਾਲ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਜੁੜੇ ਰਹੋ ਨਾਲ। YouTube ਦੇ ਉੱਤੇ ਜਾ ਕੇ ਪ੍ਰਾਈਡ ਪੰਜਾਬ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਕਿ ਆਉਣ ਵਾਲੇ ਦਿਨਾਂ 'ਚ ਜਿਹੜੇ ਵਧੀਆ ਤੋਂ ਵਧੀਆ ਪ੍ਰੋਗਰਾਮ ਅਸੀਂ ਤੁਹਾਡੀ ਸੇਵਾ ਦੇ ਵਿੱਚ ਲਿਆਉਣ ਜਾ ਰਹੇ ਹਾਂ ਉਹ ਕਿਤੇ ਰਹਿ ਨਾ ਜਾਣ, ਤੁਸੀਂ ਵਾਂਝੇ ਨਾ ਰਹਿ ਜਾਓ। Facebook ਦੇ ਉੱਤੇ ਜਾ ਕੇ ਸਾਡਾ ਪੇਜ ਵੀ ਲਾਈਕ ਕਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪ੍ਰੋਗਰਾਮਾਂ ਨੂੰ, ਤਾਂ ਕਿ ਅਸੀਂ ਹੱਲਾਸ਼ੇਰੀ ਦੇ ਨਾਲ ਹੋਰ ਵੀ ਐਸੇ ਪ੍ਰੋਗਰਾਮ ਪੇਸ਼ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਚੜ੍ਹਦੀ ਕਲਾ 'ਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।